ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਤੈਂਡੀ ਬੰਦਸ਼ ਮੈਂ ਕੋਏ ਨਾ ਡਿਠਾ, ਤੂੰ ਨਾਨਕ ਮਨ ਭਾਣਾ। ਕੋਲ ਕੁੰਭਾਈ ਤਿਸ ਮਿੱਤਰ ਵਿਚੋਲੇ, ਜੈ ਮਿਲ ਕੰਤ ਪਛਾਣਾ। ਕੋਲ ਕੁੰਭਾਈ ਤਿਸ ਮਿੱਤਰ ਵਿਚੋਲੇ, ਜੈ ਮਿਲ ਕੰਤ ਪਛਾਣਾ। ਸਤਿਨਾਮ ਵਾਹਿਗੁਰੂ। ਸਾਹਿਬ ਜੀਓ। ਮਾਝ ਮਹਲਾ ਤੀਜਾ। ਤੇਰੇ ਭਗਤ ਸੁਹੈ ਸਾਚੈ ਦਰਬਾਰੇ, ਗੁਰ ਕੈ ਸ਼ਬਦ ਨਾਮ ਸਵਾਰੇ। ਤੇਰੇ ਭਗਤ ਸੁਹੈ ਸਾਚੈ ਦਰਬਾਰੇ, ਗੁਰ ਕੈ ਸ਼ਬਦ ਨਾਮ ਸਵਾਰੇ। ਸਦਾ ਆਨੰਦ ਰਹੈ ਦਿਨ ਰਾਤੀ, ਗੁਣ ਕਹਿ ਗੁਣੀ ਸਮਾਵਣਿਆ। ਹਉ ਵਾਰੀ ਜਿਉ ਵਾਰੀ, ਨਾਮ ਸੁਣ ਮਨ ਵਸਾਵਣਿਆ। ਹਰ ਜੀਉ ਸੱਚਾ ਊਚੋ ਊਚਾ, ਹਉ ਮੈਂ ਮਾਰ ਮਿਲਾਵਣਿਆ। ਰਹਾਉ। ਗੁਰਮੁਖ ਸੱਚੋ ਸਚ ਲਿਖੈ ਵਿਚਾਰ, ਸੇ ਜਨ ਸੱਚੇ ਪਾਵਹਿ ਮੋਖ ਦੁਆਰ। ਸਚ ਕਾਗਦ ਕਲਮ ਮਸਵਾਣੀ, ਸਚ ਲਿਖ ਸਚ ਸਮਾਵਣਿਆ। ਮੇਰਾ ਪ੍ਰਭ ਅੰਤਰ ਬੈਠਾ ਵੇਖੈ, ਗੁਰ ਪ੍ਰਸਾਦੀ ਮਿਲੈ ਸੋਈ ਜਨ ਲੇਖੈ। ਨਾਨਕ ਨਾਮ ਮਿਲੈ ਵਡਿਆਈ, ਪੂਰੇ ਗੁਰ ਤੇ ਪਾਵਣਿਆ। ਮੇਰਾ ਪ੍ਰਭ ਅੰਤਰ ਬੈਠਾ ਵੇਖੈ, ਗੁਰ ਪ੍ਰਸਾਦੀ ਮਿਲੈ ਸੋਈ ਜਨ ਲੇਖੈ। ਨਾਨਕ ਨਾਮ ਮਿਲੈ ਵਡਿਆਈ, ਪੂਰੇ ਗੁਰ ਤੇ ਪਾਵਣਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਸਤਿਗੁਰੂ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼, ਅਸੀਂ ਗੁਰੂ ਸ਼ਬਦ ਨਾਲ ਸਾਂਝ ਪਾ ਰਹੇ ਹਾਂ। ਭਾਵੇਂ ਹਾਜ਼ਰੀਨ ਹੋ ਰਹੇ ਹਾਂ ਗੁਰੂ ਹਜ਼ੂਰ ਦਰਬਾਰ ਵਿੱਚ, ਜਾਂ ਵਰਚੁਅਲ ਸਾਈਟ ਤੋਂ ਗੁਰੂ ਸ਼ਬਦ ਨਾਲ ਆਤਮਸਾਤ ਹੋ ਰਹੇ ਹਾਂ। ਵਡਭਾਗਤਾ ਹੈ। ਇਹ ਸਮਾਂ ਗੁਰਬਾਣੀ ਵਿਆਖਿਆ ਦਾ ਹੈ। ਇਸ ਵਿੱਚ ਮਾਝ ਰਾਗ ਦਾ ਸ਼ਬਦ, ਅਸ਼ਟਪਦੀਆਂ ਦਾ ਵਾਕ, ਗੁਰੂ ਅਮਰਦਾਸ ਮਹਾਰਾਜ ਜੀ ਦੀ ਪਾਵਨ ਰਚਨਾ ਅਸੀਂ ਵਿਚਾਰਦੇ ਹਾਂ। ਇਸ ਸ਼ਬਦ ਨੂੰ ਯਕੇ ਬਾਦ ਈਗਰੇ ਮੀਨ ਇੱਕ ਕੰਟੀਨਿਊਸਲੀ ਵੇ ਦੇ ਨਾਲ ਇੱਕ ਕੰਟੀਨਮ ਦੇ ਵਿੱਚ ਵਿਚਾਰਦਿਆਂ ਹੋਇਆਂ ਅਸੀਂ 6 ਬੰਦ ਵਿਚਾਰੇ ਨੇ।
ਅਖੀਰਲੇ ਦੋ ਬੰਦਾਂ ਦੀ ਵਿਚਾਰ ਅੱਜ ਕਰਾਂਗੇ। ਇਸੇ ਕਰਕੇ ਉਹੀ ਦੋ ਪਦੇ ਖਾਸ ਕਰਕੇ ਪੜ੍ਹੇ ਗਏ ਨੇ। ਹਾਂ, ਵਿਚਾਰ ਦੀ ਪ੍ਰਾਰੰਭਤਾ ਹਮੇਸ਼ਾ ਦੀ ਤਰ੍ਹਾਂ ਮੁੱਖ ਸੁਨੇਹੇ ਤੋਂ ਹੋਏਗੀ, ਰਹਾਉ ਦੇ ਪਦੇ ਤੋਂ। ਗੁਰੂਦੇਵ ਜ਼ਿਕਰ ਕਰ ਰਹੇ ਨੇ ਕਿ ਹਉ ਵਾਰੀ ਜਿਉ ਵਾਰੀ ਨਾਮ ਸੁਣ ਮਨ ਵਸਾਵਣਿਆ, ਹਰ ਜੀਓ ਸੱਚਾ ਊਚੋ ਊਚਾ ਹਉ ਮੈਂ ਮਾਰ ਮਿਲਾਵਣਿਆ। ਰਹਾਉ ਹਉ ਵਾਰੀ ਜਿਉ ਵਾਰੀ ਇੱਕ ਪੈਠ ਈਡੀਅਮ ਆ ਜਿਹੜਾ ਲਗਾਤਾਰ ਸ਼ਬਦਾਂ ਵਿੱਚ ਦੁਹਰਾਓ ਵਿੱਚ ਆ ਰਿਹਾ, ਜਿਹਦਾ ਮਾਇਨਾ ਇਹ ਬਣਦਾ ਹੈ ਕਿ ਮੈਂ ਆਪਣੇ ਆਪ ਨੂੰ ਕੁਰਬਾਨ ਕਰਦਾ, ਮੈਂ ਜਾਨ ਵਾਰਦਾ ਕਿਹਨਾਂ ਤੋਂ? ਹਉ ਵਾਰੀ ਜਿਉ ਵਾਰੀ ਨਾਮ ਸੁਣ ਮਨ ਵਸਾਵਣਿਆ, ਜਿਨ੍ਹਾਂ ਨੇ ਨਾਮ ਨੂੰ ਸੁਣਿਆ ਤੇ ਮਨ ਵਿੱਚ ਵਸਾ ਲਿਆ। ਹੁਣ ਇੱਥੇ ਨਾਮ ਤੋਂ ਪ੍ਰਭਾਵ ਅਕਾਲ ਪੁਰਖ ਵਾਹਿਗੁਰੂ ਦੀ ਐਗਜ਼ਿਸਟੈਂਸ ਹੈ, ਹੋਂਦ ਆ। ਜਿਨ੍ਹਾਂ ਨੇ ਉਹਦੀ ਹੋਂਦ ਨੂੰ ਤਰਜੀਹ ਦਿੱਤੀ, ਉਹਦੇ ਨਾਲ ਸੁਰਤਿਆਬ ਹੋਏ, ਆਪਣੀ ਸੁਰਤ ਕਰਕੇ ਸਾਂਝ ਪਾਈ ਤੇ ਉਸ ਨੂੰ ਮੈਨੀਫੈਸਟ ਕੀਤਾ, ਜੀਵਨ ਦੇ ਵਿੱਚ ਉਹਨੂੰ ਐਗਜ਼ੀਕਿਊਟ ਕੀਤਾ, ਅਪਲਾਈ ਕਰ ਲਿਆ। ਸੋ ਉਹਦੀ ਬਾਤ ਹੋਦਿਆਂ ਗੁਰੂ ਮਹਾਰਾਜ ਕਹਿੰਦੇ ਮੈਂ ਉਹਨਾਂ ਤੋਂ ਕੁਰਬਾਨ ਜਾਨਾ ਜਿਹੜੇ ਇਸ ਰਾਹ ਦੇ ਰਾਹਗੀਰ ਨੇ। ਹਰ ਜੀਓ ਸੱਚਾ ਊਚੋ ਊਚਾ, ਤੇ ਉਸ ਦਾ ਨਾਮ ਵਸਾਉਣ ਵਾਲੇ ਉਹਨਾਂ ਤੇ ਕੁਰਬਾਨ ਜਾਣ ਦੀ ਗੱਲ ਹੋ ਰਹੀ। ਉਹਦਾ ਕਾਰਨ ਹੈ ਕਿ ਹਰੀ ਰੀਅਲ ਆ, ਅਸਲ ਆ, ਤੇ ਉਹ ਬੜਾ ਸੁਪੀਰੀਅਰ ਆ, ਉੱਚੇ ਤੋਂ ਉੱਚਾ ਆ। ਸੋ ਸਾਨੂੰ ਇੱਕ ਤਰ੍ਹਾਂ ਦੇ ਨਾਲ ਅਹਿਸਾਸ ਕਰਵਾਇਆ ਜਾ ਰਿਹਾ ਉਹ ਬੰਦੇ ਜੀਵਨ ਦੇ ਮਰਾਤਬੇ, ਜਿਨ੍ਹਾਂ ਨੂੰ ਕਹਿ ਲਓ ਕਿ ਜਿਹੜੇ ਸਾਡੀਆਂ ਅਸੀਂ ਸਟੈਂਡਰਡਸ ਸੈੱਟ ਕਰਨੇ ਨੇ ਜੀਵਨ ਦੇ, ਜਿਹਨੂੰ ਮਰਾਤਬੇ ਕਹਿ ਲਓ, ਉਹ ਹਾਇਰ ਹੋਣ। ਕਿੰਨੇ ਕੁ ਹਾਇਰ ਹੋਣ, ਇਹਦੇ ਬਾਰੇ ਜੇ ਤੁਸੀਂ ਪ੍ਰਮਾਣ ਦੇ ਰੂਪ ਵਿੱਚ ਬਾਤ ਪੜ੍ਹੋ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੇ ਕਮਾਲ ਹੀ ਹੈ ਨਾ, ਮਤਲਬ ਇੱਕ ਸਮੁੰਦਰ ਹੈ। ਅਸੀਂ ਭਗਤ ਕਬੀਰ ਜੀ ਦਾ ਇੱਕ ਸ਼ਬਦ ਪੜ੍ਹਦੇ ਹਾਂ, ਉਹ ਜ਼ਿਕਰ ਕਰਦੇ ਕਿ ਕਬੀਰ ਰੋੜਾ ਹੋਏ ਰਹੋ ਬਾਟ ਕਾ ਤਜ ਮਨ ਕਾ ਅਭਿਮਾਨ, ਐਸਾ ਕੋਈ ਦਾਸ ਹੋਏ ਤਾਹੇ ਮਿਲੇ ਭਗਵਾਨ। ਮਤਲਬ ਮਰਾਤਬਾ ਕੀ ਹੈ? ਵਟ ਆਰ ਦਾ ਸਟੈਂਡਰਡਸ ਫॉर ए ordinary human being according to Guru Granth Sahib Maharaj? What is ideal for us? Where to go? Baba Ji is directly saying, ਕਬੀਰ ਰੋੜਾ ਹੋਏ ਰਹੋ ਬਾਟ ਕਾ ਤਜ ਮਨ ਕਾ ਅਭਿਮਾਨ। ਪੈਰਾਂ ਵਿੱਚ ਪਏ ਹੋਏ ਰੋੜੇ ਨੂੰ ਦੇਖੋ, ਕਦੇ ਉਹਦਾ ਕੋਈ ਵਜੂਦ ਨਹੀਂ। ਇੱਧਰ ਠੋਕਰ ਵੱਜਦੀ, ਇੱਧਰ ਹੋ ਜਾਂਦਾ, ਇੱਧਰ ਵੱਜਦੀ, ਇੱਧਰ ਹੋ ਜਾਂਦਾ। ਇੱਕ ਮੈਟਾਫੋਰਿਕ ਵੇ ਨਾਲ ਗੱਲ ਕੀਤੀ ਗਈ, ਹਲੀਮੀ, ਡਾਊਨ ਟੂ ਅਰਥ ਬੰਦਾ। ਭਾਵੇਂ ਉਹ ਘਰ ਦਾ এনवायरमेंट ਹੈ, ਭਾਵੇਂ ਉਹ ਵਰਕ এনवायरमेंट ਹੈ, ਭਾਵੇਂ ਉਹ ਸੋਸ਼ਲ ਸੈਟਿੰਗਸ ਨੇ। what are the main issues? If we actually try to pay attention or try to calculate where humans are actually going wrong, then definitely we can find out ego-central approach. ਬਸ ਇੱਕੋ ਹੀ ਚੀਜ਼ ਆ, ਮੈਂ ਐਂਡ ਮਾਈ ਸੈਲਫ, ਨਥਿੰਗ ਐਲਸ। ਤੇ ਮੈਂ ਉੱਚਾ ਆ, ਮੈਂ ਸਰੋਪਰੀ ਆ, ਮੇਰੀ ਗੱਲ ਸੁਣੀ ਜਾਏ। ਘਰਾਂ ਦੇ ਵਿੱਚ ਇਹੀ ਲੜਾਈ ਹੈ, ਪਰਿਵਾਰਾਂ 'ਚ ਇਹੀ, ਹਰ ਥਾਂ ਤੇ ਇਹੀ ਚੀਜ਼ ਹੈ। ਜੇ ਅਸੀਂ ਸਪਿਰਿਚੁਅਲ ਸਾਈਡ ਤੋਂ ਕਿਸੇ ਚੀਜ਼ ਨਾਲ ਅੰਗੇਜ ਕਰਨਾ ਤਾਂ ਉਹ ਹੋਣੀ ਚਾਹੀਦੀ ਜਿਹੜੀ ਹਉਮੈ ਨੂੰ, ਇਸ ਸੰਤਾਪ ਨੂੰ, ਇਸ ਭਾਰ ਨੂੰ ਸਾਡੇ ਵਿੱਚੋਂ ਘਟਾਏ। ਬਾਬਾ ਕਬੀਰ ਜੀ, ਕਬੀਰ ਰੋੜਾ ਹੋਏ ਰਹੋ ਬਾਟ ਕਾ ਤਜ ਮਨ ਕਾ ਅਭਿਮਾਨ। ਛੱਡ ਦੇ, ਐਵੇਂ ਹੋ ਜਾ ਜਿਵੇਂ ਬਾਟ ਦਾ, ਰਸਤੇ ਦਾ ਰੋੜਾ ਹੋਏ, ਕੋਈ ਠੋਕਰ ਮਾਰੇ ਇੱਧਰ, ਕੋਈ ਠੋਕਰ ਮਾਰੇ ਇੱਧਰ, ਬਿਲਕੁਲ ਤਸਵੁਰਤਾ ਨਾ ਹੋਵੇ। ਕਬੀਰ ਰੋੜਾ ਹੋਏ ਰਹੋ ਬਾਟ ਕਾ ਤਜ ਮਨ ਕਾ ਅਭਿਮਾਨ, ਐਸਾ ਕੋਈ ਦਾਸ ਹੋਏ। someone if have this kind of actually humbleness, ਇਸ ਤਰ੍ਹਾਂ ਦੀ ਹਲੀਮੀ ਦਾ ਰੰਗ ਹੋਏ, ਤਾਂ ਜਾ ਕੇ ਐਸਾ ਕੋਈ ਦਾਸ ਹੋਏ ਤਾਹੇ ਮਿਲੇ ਭਗਵਾਨ। ਤਾਂ ਤੇ ਭਗਵਾਨ ਮਿਲੇ, ਤਾਂ ਤੇ ਉਹਦਾ ਜਿਹੜਾ ਹੈਗਾ ਨਾਮ ਸੁਣ ਮਨ ਵਸਾਵਣਿਆਂ ਵਾਲੀ ਗੱਲ ਬਣੇ। ਪਰ ਫਿਰ ਇਹ ਆਈਡੀਅਲ ਨਹੀਂ, ਇਹੀ ਤੇ ਖੂਬੀ ਹੈ। ਬਾਬਾ ਕਬੀਰ ਜੀ ਕਹਿੰਦੇ ਦਿਸ ਇਜ਼ ਨੋਟ ਆਈਡੀਅਲ। ਕਬੀਰ ਰੋੜਾ ਹੁਆ ਤੋ ਕਿਆ ਹੋਇਆ ਜੋ ਪੰਥੀ ਕੋ ਦੁੱਖ ਦੇ। ਰੋੜਾ ਹੋਇਆ ਤੇ ਕੀ ਹੋਇਆ ਜੇ ਪੰਥੀ, ਰਾਹ 'ਚ ਚੱਲਣ ਵਾਲਾ, ਜਿਹੜਾ ਉੱਥੇ ਵਾਕ ਕਰਨ ਵਾਲਾ ਆ, ਜਿਹੜਾ ਉੱਤੇ ਟਰੈਵਲ ਕਰਨ ਵਾਲਾ ਆ, ਜੇ ਉਹਨੂੰ ਉਹਨੇ ਸੱਟ ਲਗਾ ਦਿੱਤੀ ਤੇ
ਰੋੜੇ ਦੀ ਹੈ ਬਿਲਕੁਲ ਠੀਕ ਹੈ, ਉਹ ਹੈ ਤੇ ਪੈਰਾਂ ਦੇ ਵਿੱਚ, ਪਰ ਕਿਸੇ ਨੂੰ ਪੈਰ ਤੇ ਵੱਜ ਵੀ ਸਕਦਾ ਆ। ਅਸੀਂ ਦੇਖਦੇ ਹਾਂ ਧਾਰਮਿਕ ਬੰਦੇ ਕਈ ਵਾਰੀ ਐਰੋਗੈਂਟ ਹੋ ਜਾਂਦੇ ਪਰਿਵਾਰਾਂ ਦੇ ਵਿੱਚ, ਘਰਾਂ ਥਾਵਾਂ ਦੇ ਵਿੱਚ। ਆਪ ਤੇ ਕੁਝ ਠੀਕ ਹੈ, ਆਪਣੇ ਤੌਰ ਤੇ ਤਾਂ ਕੁਝ ਚੰਗਾ ਕਰ ਰਹੇ ਨੇ ਉਸ ਰੂਪ ਦੇ ਵਿੱਚ, ਪਰ ਫਿਰ ਵੀ ਜਿਹੜੇ ਉਹਨਾਂ ਦੀ ਲਾਈਫ ਜਰਨੀ ਦੇ ਵਿੱਚ ਆਲੇ ਦੁਆਲੇ ਰਿਸ਼ਤੇ ਨਾਤੇ ਸੰਬੰਧ ਮਿਲਦੇ, ਉਹਨਾਂ ਦੀ ਆਪਣੀ ਸਪਿਰਿਚੁਅਲ ਰਿਲੀਜੀਅਸ ਜਿਹੜੀਆਂ ਪ੍ਰੈਕਟਿਸਿਸ ਨੇ ਉਹ ਦੂਜਿਆਂ ਵਾਸਤੇ ਤਕਲੀਫ ਜੁਦਾ ਹੋ ਜਾਂਦੀਆਂ। ਅਸੀਂ ਧਿਆਨ ਨਹੀਂ ਦਿੰਦੇ ਕਈ ਵਾਰੀ। ਐਕਚੁਅਲ ਲੈਵਲ ਤੇ ਜਿਹੜੀ ਗੁਰਮਤ ਦਾ ਸਕੂਲ ਆ, ਇਹ ਬੜਾ ਮਹੀਮ ਆ, ਇਹ ਬੜਾ ਆਲਮੀ ਆ, ਬੜਾ ਸੁਪੀਰੀਅਰ ਆ। ਇਹਦੇ ਵਿੱਚ ਇਸੇ ਲਈ ਸਾਡੇ ਘਰ ਦੇ ਵਿੱਚ ਜਿਹੜੀ ਕਨਵਰਜਨ ਦਾ ਕਨਸੈਪਟ ਆ, ਬਾਹਰ ਤੇ ਸੁਸਾਇਟੀ 'ਚ ਕਿਉਂ ਨਾ, ਘਰ 'ਚ ਵੀ ਨਹੀਂ ਹੈਗਾ। ਗੁਰੂ ਸਾਹਿਬ ਨੇ ਖੁਦ ਨਹੀਂ ਕੀਤਾ, ਫੋਰਸ ਕੀਤਾ ਹੀ ਨਹੀਂ ਕਿਸੇ ਨੂੰ। ਹਮੇ ਆਪਣੇ ਗੁਰੂ ਨਾਨਕ ਸਾਹਿਬ ਦੇ ਆਪਣੇ ਬੇਟੇ ਨੇ, ਆਪਣੀਆਂ ਚੋਇਸਿਸ ਬਣਾ ਰਹੇ ਨੇ। ਹਾਂ, ਇਹ ਨਹੀਂ ਕਿ ਉਹਨਾਂ ਨੂੰ ਛੱਡ ਦਿੱਤਾ, ਸਿੱਖਿਅਤ ਕੀਤਾ, ਸਮਝਾਇਆ, ਦਰਸਾਇਆ, ਸਭ ਉਹ ਚੀਜ਼ਾਂ ਚੱਲੀਆਂ, ਪਰ ਉਸ ਮੈਨਰਸ ਦੇ ਵਿੱਚ ਜਿੱਥੇ ਪਰਿਵਾਰਕ এনवायरमेंट ਖਰਾਬ ਨਹੀਂ ਹੋਇਆ। ਇਹ ਨਹੀਂ ਹੋਇਆ ਕਿ ਸ਼੍ਰੀ ਚੰਦ ਘਰੋਂ ਰੁੱਸ ਕੇ ਭੱਜ ਗਿਆ ਹੋਇਆ ਵੀ ਨੋ 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 ਬਿਕੋਜ਼ ਮੇਰੀ ਡੈਡ ਨਾਲ ਬਣਦੀ ਨਹੀਂ ਹੈਗੀ, ਤੇ ਡੈਡ ਕੈਨ ਐਨੀ ਟਾਈਮ ਐਕਚੁਅਲੀ ਗਿਵ ਮੀ ਹਾਰਡ ਟਾਈਮ or actually can punish me in any way, so let's leave the house. ਉਹਨੂੰ ਪਤਾ ਆ ਬਾਬਾ ਨਾਨਕ ਜੀ, ਗੁਰੂ ਨਾਨਕ ਸਾਹਿਬ ਮੇਰੇ ਪਿਤਾ ਜੀ, ਉਹ ਇਹੋ ਜਿਹੇ ਕਿਸੇ, ਕਿਉਂਕਿ ਧਰਮ ਹੀ ਇਸ ਲੈਵਲ ਦਾ ਉਹਨਾਂ ਦੇ ਜੀਵਨ ਵਿੱਚੋਂ ਆ ਰਿਹਾ ਹੈਗਾ। ਐਗਜ਼ੈਕਟਲੀ ਸ਼੍ਰੀ ਚੰਦ ਆਇਆ। ਹੁਣ ਆ ਜਿਹੜੀ ਚੀਜ਼ ਇਹ ਹੈ ਕਿ ਭਾਵੇਂ ਉਹ ਆਪਣੇ ਤੌਰ ਤੇ ਬੜੇ ਧਾਰਮਿਕ ਹੋ ਗਏ, ਹੰਬਲ ਹੋ ਗਏ, ਹਲੀਮੀ 'ਚ ਆ ਗਏ ਬੰਦੇ, ਪਰ ਫਿਰ ਵੀ ਪੰਥੀ ਕੋ ਦੁੱਖ ਦੇ, ਜਿਹੜੇ ਰਾਹ 'ਚ ਹੋਰ ਆਪਣੀ ਜਰਨੀ ਪੂਰੀ ਕਰਨੀ ਸਾਰਿਆਂ ਨੇ, ਵੀ ਆਰ ਆਲ ਹੇਅਰ ਫਾਰ ਆਵਰ ਜਰਨੀਜ਼, ਕਿਸੇ ਹੋਰ ਦੇ ਪੈਰ ਦੀ ਠੋਕਰ ਬਣ ਜਾਂਦੇ। ਕਿਸੇ ਹੋਰ ਨੂੰ ਲੱਗਦਾ ਵੀ ਹਾਂ ਜੇ ਕਿਤੇ ਨਾ ਮੇਰਾ ਆਪਣੇ ਪਰਿਵਾਰਾਂ ਵਿੱਚੋਂ, ਆਲੇ ਦੁਆਲੇ ਵਿੱਚੋਂ, ਸੁਸਾਇਟੀ 'ਚੋਂ ਉਹ ਬੰਦੇ ਜਿਹੜੇ ਨੇ ਜੱਜ ਕਰਦੇ ਨੇ, ਉਹ ਜਜਮੈਂਟਲ ਹੁੰਦੇ ਨੇ, ਉਹ ਤੰਗ ਕਰਦੇ ਨੇ, ਇਹੋ ਜਿਹੀਆਂ ਚੀਜ਼ਾਂ ਤੁਸੀਂ ਰੋਜ਼ ਦੇਖਦੇ ਹੋ। ਮੈਟਾਫੋਰ ਹੈ, ਇਹਨੂੰ ਕਿਸੇ ਵੀ ਸਾਈਡ ਨੂੰ ਤੁਸੀਂ ਡਾਇਰੈਕਸ਼ਨ ਨੂੰ ਲਿਜਾ ਸਕਦੇ ਹੋ। ਖੈਰ, ਬਾਬਾ ਕਬੀਰ ਜੀ ਦਾ ਬਚਨ ਨੂੰ ਕਹਿੰਦੇ ਇਹ ਆਈਡੀਅਲ ਨਹੀਂ ਗਾ। ਫਿਰ ਬਾਬਾ ਕਬੀਰ ਕੀ ਕੀਤਾ ਜਾਏ? ਕਹਿੰਦੇ ਕਬੀਰ ਰੋੜਾ ਹੁਆ ਤੋ ਕਿਆ ਭਇਆ, ਜੋ ਪੰਥੀ ਕੋ ਦੁਖ ਦੇ, ਹਰ ਜਨ ਐਸਾ चाहिए ਜੋ ਧਰਨੀ ਮੈਂ ਖੇ। ਰੋੜਾ ਪਿਸ ਕੇ ਮਿੱਟੀ ਹੋ ਜਾਏ, ਬਿਲਕੁਲ ਮਿੱਟੀ, ਆਪਣੀ ਹਸਤੀ ਮਿਟਾ ਦੇ, ਮੈਨੂੰ ਪਰਵਾਹ ਹੀ ਨਹੀਂ ਹੈ। ਤੇ ਹੁੰਦੇ ਇਹੋ ਜਿਹੇ ਲੋਕ ਮਿਲ ਜਾਂਦੇ ਤੁਹਾਨੂੰ। ਸਾਡੇ ਪ੍ਰੋਫੈਸਰ ਸਾਹਿਬ ਹੁੰਦੇ ਸਾਨੂੰ ਪੜ੍ਹਾਉਂਦੇ, ਤੇ ਉਹਨਾਂ ਨੂੰ ਕਦੀ ਕਿਸੇ ਨੇ ਪੁੱਛਣਾ ਨਾ ਕਿ ਤੁਹਾਡੇ ਬੱਚੇ ਕਿੰਨੇ ਨੇ, ਤੇ ਉਹਨਾਂ ਕਹਿਣਾ ਬਹੁਤ ਬੱਚੇ ਨੇ, ਅਣਗਿਣਤ। ਕੁਛ ਤੇ ਆਹੀ ਬੈਠੇ ਨੇ ਸਟੂਡੈਂਟਸ, ਅਸੀਂ ਹੁੰਦੇ ਸੀ 8-9, ਕਹਿੰਦੇ ਆ ਨੇ। ਅਗਲੇ ਕਹਿਣਾ ਨਹੀਂ ਨਹੀਂ ਉਹ ਤੁਸੀਂ ਗੱਲ ਨਹੀਂ ਸਮਝੇ। ਐਕਚੁਅਲੀ ਉਹ ਨਹੀਂ ਸਮਝਿਆ ਜਿਹੜਾ ਪੁੱਛ ਰਿਹਾ, ਉਹਨੂੰ ਨਹੀਂ ਪਤਾ, ਉਹਦਾ ਵਿਜ਼ਨ ਬਦਲ ਚੁੱਕਾ ਆ। ਉਹ ਇਤਨਾ ਜ਼ਿਆਦਾ ਆਪਣੇ ਆਪ ਨੂੰ ਨੇ ਇਨਕਲੂਡ ਕਰ ਰਿਹਾ ਆ, ਹੁਣ ਉੱਥੇ ਐਕਸਕਲੂਡ ਕਰਨ ਵਾਸਤੇ ਕੁਝ ਹੈ ਹੀ ਨਹੀਂਗਾ। ਉਹਦੀ ਹਸਤੀ ਉਸ ਓਮਨੀ ਪ੍ਰੈਜ਼ੈਂਸ ਦੇ ਨਾਲ ਜੁੜ ਗਈ ਹੈਗੀ ਹੈ। ਪਰ ਉਹ ਕਹਿੰਦੇ ਨਹੀਂ 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 ਐਕਚੁਅਲੀ ਮੈਂ ਨਹੀਂ, ਮੈਂ ਤੁਹਾਡੇ ਆਪਣੇ ਬੱਚਿਆਂ ਦੀ ਗੱਲ ਕਰ ਰਿਹਾ। ਫਿਰ ਉਹ ਲਿਟਰਲੀ ਤੌਰ ਤੇ ਕਹਿੰਦੇ ਅੱਛਾ ਤੁਸੀਂ ਮੇਰੇ ਬਾਇਓਲੋਜੀਕਲ ਪਰਿਵਾਰ ਦੀ, ਬਾਇਓਲੋਜੀਕਲ ਉਸ, ਹਾਂ ਹਾਂ ਉਹਦੀ ਗੱਲ ਠੀਕ ਹੈ। ਕਹਿੰਦੇ ਜੀ ਉਹ ਵੀ ਹੈਗੇ ਨੇ, ਉਹ ਕੁਛ ਉਹਨਾਂ ਦਾ ਨਾਂ ਲੈ ਕੇ 2-4 ਦਾ ਕਹਿੰਦੇ ਆ ਨੇ। ਅੱਛਾ ਅੱਛਾ ਕੀ ਕਰ ਰਹੇ ਨੇ? ਕਹਿੰਦੇ ਜੀ ਮੇਰਾ ਟਾਈਮ ਕਿਉਂ ਵੇਸਟ ਕਰ ਰਹੇ ਹੋ, ਤੁਸੀਂ ਉਹਨਾਂ ਨੂੰ ਪੁੱਛ ਲਓ। ਬਾਕੀ ਇਹ ਜ਼ਰੂਰ ਆ ਕਿ ਮੇਰਾ ਆਪਣਾ ਰਾਹ ਆ, ਉਹਨਾਂ ਦਾ ਆਪਣਾ ਰਾਹ ਆ। ਮੈਂ ਉਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ, ਉਹ ਮੈਨੂੰ ਮੇਰੇ ਰਾਹ ਤੋਂ ਤੰਗ ਨਹੀਂ ਕਰਦੇ। ਤੇ ਮੈਂ ਹਮੇਸ਼ਾ ਅਰਦਾਸ ਕਰਦਾ ਹਾਂ ਕਿ ਮੇਰੇ ਅੰਦਰ ਇੰਨੀ ਕੁ ਤੌਫੀਕੀਅਤ ਹੋਵੇ ਕਿ ਮੈਂ ਉਹਨਾਂ ਦੇ ਰਾਹ ਤੋਂ ਉਹਨੂੰ ਤੰਗ ਨਾ ਕਰਾਂ। ਇਹ ਹੈ ਮਿੱਟੀ ਹੋ ਜਾਣਾ। ਅਦਰਵਾਈਜ਼ ਲੋਕੀ ਤੇ ਬਿਨਾਂ ਵਜ੍ਹਾ ਹੀ ਆਪਣੇ ਆਪ ਨੂੰ ਅੰਬੈਰਸਮੈਂਟ ਫੀਲ ਕਰਨ ਲੱਗ ਜਾਂਦੇ ਨੇ। ਵਾਟ ਪੀਪਲ ਗੋਨਾ ਆਸਕ ਮੀ। ਤੁਹਾਡੇ ਬੱਚੇ ਤੇ ਚੋਇਸਿਸ ਹੀ ਗਲਤ ਬਣਾ ਲੈਂਦੇ ਨੇ, ਇਸ ਤਰ੍ਹਾਂ ਹੋ ਜਾਂਦਾ, ਇਸ ਤਰ੍ਹਾਂ ਹੋ ਜਾਂਦਾ। ਭਈ ਜਰਨੀ ਹੈ। ਗੁਰੂ ਗ੍ਰੰਥ ਸਾਹਿਬ ਦੇ ਹੁਕਮਨਾਮੇ 'ਚ ਅਸੀਂ ਸ਼ਬਦ ਸੁਣਦੇ ਹਾਂ, ਮਹਾਰਾਜ ਕਹਿੰਦੇ ਚੇਤੇ ਰੱਖੀ ਜਨਨ ਪਿਤਾ ਲੋਕ ਸੁਤ ਬਨਤਾ ਕੋਈ ਨਾ ਕਿਸ ਕੀ ਧਰਿਆ। ਅਸੀਂ ਰੋਜ਼ ਨਿਤਨੇਮ ਦੀ ਬਾਣੀ 'ਚ ਪੜ੍ਹਦੇ ਤੇ ਉਹ ਸ਼ਬਦ ਮਹਾਰਾਜ ਬਿਆਨ ਕਰਦੇ, ਚੇਤੇ ਰੱਖ ਇਹ ਸਾਰੇ ਦੇ ਸਾਰੇ ਰਿਸ਼ਤੇ ਨਾਤੇ ਜਿਹੜੇ ਨੇ ਇਹ ਪੂਰਬ ਜਨਮ ਕੇ ਮਿਲੇ ਸੰਜੋਗੀ।
ਅੰਤੈ ਕੋ ਨਾ ਸਹਾਏ। ਸਭ ਪੁਰਬਲਾ ਲੈਣ ਦੇਣ ਇੱਕ ਛਾਤੇ ਤੇ ਇਕੱਠੇ ਹੋਏ ਆ, ਅਲਟੀਮੇਟਲੀ ਵਿਦਾਇਗੀ ਆਪੋ ਆਪਣੀ। ਇਸ ਕਰਕੇ ਬੰਦੇ, ਗੁਰੂ ਅਮਰਦਾਸ ਸਾਹਿਬ ਦਾ ਸੰਦੇਸ਼ ਆ, ਇਹ ਕੁਟੁੰਬ ਤੁਝੇ ਦੇਖਦਾ, ਚੱਲੇ ਨਾਹੀਂ ਤੇਰੇ ਨਾਲ ਲੈ, ਸਾਥ ਤੇਰੇ ਚੱਲੇ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈਐ। ਚੋਇਸ ਬੱਚੇ ਨੇ ਬਣਾਈ, ਡਿਪਰੈਸ਼ਨ ਮਾਂ ਨੂੰ ਹੋ ਗਿਆ। ਕੰਮ ਕੁਝ ਬੱਚੇ ਨੇ ਕੀਤਾ, ਬਾਪ ਕਹਿੰਦਾ ਮੈਂ ਤੇ ਸੁਸਾਇਟੀ ਨੂੰ ਮੂੰਹ ਨਹੀਂ ਵਿਖਾ ਸਕਦਾ। ਉਹ ਭਲੇ ਬੰਦੇ, ਇੰਨਾ ਹੰਕਾਰ, ਇੰਨੀ ਈਗੋ ਵੱਧ ਗਈ ਤੇਰੀ। ਇਹ ਚੀਜ਼ਾਂ, ਐਂਡ ਡਿਊ ਟੂ ਦੋਜ਼ ਰੀਜ਼ਨਸ ਅਸੀਂ ਬਲਕਿ ਆਪਣੇ ਲਈ ਤੇ ਆਪਣੇ ਸਮਾਜਾਂ ਲਈ ਟਰਬਲ ਠੀਕ ਨਹੀਂ ਕਰ ਰਹੇ, ਬਲਕਿ ਵਧਾ ਰਹੇ ਹਾਂ। ਵਧਾ ਇਸ ਤਰੀਕੇ ਨਾਲ ਰਹੇ ਹਾਂ, ਸਾਡੇ ਬਾਰੇ ਪਤਾ ਲੱਗ ਰਿਹਾ ਨੈਰੋ ਮਾਈਂਡਡ ਨੇ। ਮਾਫੀ ਮੰਗਾਂਗਾ ਮੈਂ, ਇੱਕ ਸੁਸਾਇਟੀ ਦੀ ਨਵੀਂ ਰਿਐਲਿਟੀ ਹੈ ਜਿੱਥੋਂ ਕੋਈ ਬੰਦਾ ਮੁਨਕਰ ਨਹੀਂ ਹੋ ਸਕਦਾ। ਮੈਂ ਛੋਟੀ ਜਿਹੀ ਬੇਨਤੀ ਕਰਾਂ ਇਸ ਤਰੀਕੇ ਦੇ ਨਾਲ, ਉਹ ਹੈਗੀ ਹੈ ਕਿ ਨਾਰਥ ਅਮਰੀਕਨ ਕਲਚਰ 'ਚ ਰਹਿ ਰਹੇ ਹਾਂ, ਫ੍ਰੀ ਸੁਸਾਇਟੀ ਹੈ ਅਤੇ ਇਹਦੇ 'ਚ ਸਭ ਕੁਝ ਫ੍ਰੀਲੀ ਅਵੇਲੇਬਲ ਆ। ਹਰ ਇੱਕ ਦੀ ਜਿਹੜੀ ਵਿਸ਼ਜ਼ ਹੈਗੀਆਂ ਨੇ ਉਹਦੇ ਅਕੋਰਡਿੰਗਲੀ ਉਹ ਬੰਦਾ ਆਪਣੀ ਜ਼ਿੰਦਗੀ ਜੀ ਸਕਦਾ ਹੈ। ਇਹੋ ਜਿਹਾ ਇਨਵਾਇਰਮੈਂਟ ਬਿਲਡ ਕੀਤਾ ਹੈ। ਠੀਕ ਹੈ, ਸਾਨੂੰ ਪਸੰਦ ਹੈ, ਅਸੀਂ ਆਉਂਦੇ ਹਾਂ, ਇੱਥੇ ਰਹਿੰਦੇ ਹਾਂ, ਚੋਇਸਿਸ ਬਣਾਉਂਦੇ ਹਾਂ ਸਾਰੇ। ਇਸ ਸੁਸਾਇਟੀ ਦਾ ਇੱਕ ਇਹ ਵੀ ਹਿੱਸਾ ਹੈਗਾ ਕਿ ਇਹਦੇ 'ਚ ਡੇ ਬਾਈ ਡੇ ਮੈਂਟਲ ਹੈਲਥ ਦੇ ਇਸ਼ੂਜ਼ ਵੱਧ ਰਹੇ ਨੇ, ਸੋਸ਼ਲ ਜਿਹੜੇ ਨੇ ਡਿਫਰੈਂਟ ਡੈਮੋਗ੍ਰਾਫਿਕਸ ਜਿਹੜੇ ਨੇ ਉਹ ਆ ਰਹੇ ਨੇ। ਬਹੁਤ ਸਾਰੀਆਂ ਚੀਜ਼ਾਂ ਤੁਸੀਂ ਦੇਖ ਸਕਦੇ ਹੋ। ਜਿਹੜੀ ਅੱਜ ਡਰੱਗ ਅਬਿਊਜ਼ ਆ ਅਮਰੀਕਨ ਤੇ ਕੈਨੇਡੀਅਨ ਸੁਸਾਇਟੀ ਦੇ ਵਿੱਚ, ਦਿਸ ਇਜ਼ ਏ ਰੀਅਲ ਐਕਚੁਅਲੀ ਪਾਰਟ ਆਫ ਦਾ ਸੁਸਾਇਟੀ। ਅਸਲ ਵਿੱਚ ਇਹ ਸੁਸਾਇਟੀ ਦਾ ਹਿੱਸਾ ਆ। ਇਹ ਤੋਂ ਤੁਸੀਂ ਭੱਜ ਨਹੀਂ ਸਕਦੇ। ਅੱਜ ਦਾ ਹੀ ਤੁਸੀਂ ਅੱਜ ਹੀ ਡਾਟਾ ਲੈ ਲਓ, ਓਵਰਡੋਜ਼ ਦਾ ਕਿੰਨੀਆਂ ਡੈਥ ਹੋਈਆਂ ਨੇ ਆ ਪਿਛਲੇ, ਤੁਹਾਨੂੰ ਪਤਾ ਲੱਗ ਜਾਏਗਾ, ਵੈਨਕੂਵਰ ਵਿੱਚ, BC ਵਿੱਚ, ਟੋਰਾਂਟੋ ਵਿੱਚ, ਇੱਥੇ ਹਰ ਜਗ੍ਹਾ ਦੇ ਉੱਤੇ ਹਰ ਰੋਜ਼। ਤੇ ਇਸ ਸਾਰੇ ਦੇ ਬਾਬਤ ਅਸੀਂ ਕਹੀਏ ਕਿ ਇਹ ਕਿਸੇ ਗੁਆਂਢੀ ਦੀ ਪ੍ਰੋਬਲਮ ਹੈ, ਕਿਸੇ ਦੂਜੇ ਦੀ ਪ੍ਰੋਬਲਮ ਹੈ। ਹਾਲਾਂਕਿ ਦੂਜੇ ਦੀ ਪ੍ਰੋਬਲਮ ਤੇ ਹੈ ਹੀ ਨਹੀਂ, ਸਾਰੇ ਤੇ ਜੁੜੇ ਆ, ਸਾਰਿਆਂ ਦੀ ਪ੍ਰੋਬਲਮ ਹੈ। ਇਹ ਥੋੜਾ ਹੋ ਸਕਦਾ ਇਹ ਤੇ ਭਗਤ ਕਬੀਰ ਜੀ ਨੇ ਕਿਹਾ ਵੀ ਪਾਰੋਸੀ ਕੇ ਜੋ ਹੁਆ ਤੂੰ ਆਪਣੇ ਪੀ ਜਾਨ, ਵੀ ਐਵੇਂ ਕਿਉਂ ਤੂੰ ਆਪਣੇ ਆਪ ਨੂੰ ਭਾਈ ਐਕਸਕਲੂਡ ਕਿਵੇਂ ਕਰ ਸਕਦਾ ਆ, ਤੂੰ ਕਿਵੇਂ ਸੁਪੀਰੀਅਰ ਹੋ ਗਿਆ। ਇੱਥੇ ਗੁਰੂ ਨਾਨਕ ਸਾਹਿਬ ਦੀ ਹਸਤੀ ਦੇਖ ਨਾ, ਉਹਨਾਂ ਨੇ ਮਹਾਰਾਜ ਦੇ, ਅਸੀਂ ਭਾਈ ਗੁਰਦਾਸ ਜੀ ਜ਼ਿਕਰ ਕਰਦੇ ਕਿ ਬਾਬਾ ਦੇਖਿਆ ਧਿਆਨ ਧਰ ਜਲਦੀ ਸਭ ਪ੍ਰਿਥਵੀ ਦਿਸਿਆਈ। ਐਵੇਂ ਥੋੜਾ ਚੜਿਆ ਸੋਧਨ ਧਰਤ ਲੁਕਾਈ, ਉਹ ਧਰਤੀ ਦੀ ਸੁਧਾਈ ਕਰਨ ਵਾਸਤੇ ਤੁਰ ਪਿਆ। ਉਹਨੂੰ ਕਿਸੇ ਤਲਵੰਡੀ 'ਚ ਤੇ ਕੋਈ ਪ੍ਰੋਬਲਮ ਨਹੀਂ ਸੀਗੀ। ਤਲਵੰਡੀ ਦੇ ਵਿੱਚ ਤੇ ਕੋਈ ਕੌਡਾ ਨਹੀਂ ਸੀ ਬੈਠਾ, ਕੋਈ ਭੂਮੀਆ ਨਹੀਂ ਸੀ ਬੈਠਾ, ਕੋਈ ਸੱਜਣ ਸ਼ੇਖ ਨਹੀਂ ਸੀ ਬੈਠਾ। ਨੋ, ਤਲਵੰਡੀ ਵਾਜ਼ ਵੈਰੀ ਐਕਚੁਅਲੀ ਨਾਈਸ, ਐਵਰੀਥਿੰਗ ਵਾਜ਼ ਫਾਈਨ। ਬਲਕਿ ਤਲਵੰਡੀ ਦਾ ਤੇ ਜਿਹੜਾ ਹੁਕਮਰਾਨ ਸੀਗਾ, ਜਿਹੜਾ ਐਕਚੁਅਲ ਲੈਵਲ ਤੇ ਉਹ ਸਾਰੇ ਲੈਂਡ ਨੂੰ ਓਨ ਕਰਦਾ ਸਭ ਕਾਸੇ ਨੂੰ, ਉਹ ਤੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਭੌਰਾ ਸੀਗਾ। ਉਹਦੀ ਸਾਰੀ ਸਰਜ਼ਮੀਨ ਸਭ ਕੁਝ ਗੁਰੂ ਨਾਨਕ ਸਾਹਿਬ ਦੇ ਨਾਂ ਲਿਖ ਗਿਆ ਸੀਗਾ। ਚੌਧਰੀ ਭੱਟੀ ਰਾਏ ਬੁਲਾਰ। ਤੇ ਬਲਕਿ ਉਹਦੀ ਤੇ ਇੱਛਾ ਸੀਗੀ ਕਿ ਮੇਰਾ ਨਾਨਕ ਬਸ ਮੇਰਾ ਹੀ ਹੋ ਜਾਏ ਸਮੁੱਚੜਾ। ਮੈਨੂੰ ਤੇ ਇਹ ਵੀ ਨਹੀਂ ਲੱਗਦਾ ਮੇਰੇ ਨਾਨਕ ਨੂੰ ਕੋਈ ਹੋਰ ਅੱਖ ਵੀ ਵੇਖੇ। ਨੋ 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 ਨੋ, ਮੈਂ ਆਪਣੇ ਨਾਨਕ ਦੇ ਨਾਲ ਬਸ, ਮੈਂ ਤੇ ਮੇਰਾ ਨਾਨਕ ਇਸ ਰੂਪ ਦੇ ਚ। ਦੈਟ ਕਾਈਂਡ ਆਫ ਐਕਚੁਅਲੀ ਉਹਦਾ ਗੁਰੂ ਸਾਹਿਬ ਦਾ ਡਿਵੋਸ਼ਨਲ ਰੂਪ ਸੀਗਾ। ਤੂੰ ਚਾਹੁੰਦਾ ਵੀ ਸੀਗਾ। ਬਾਬਾ ਜੀ ਕਹਿੰਦੇ ਨਾ, ਐਵੇਂ ਨਹੀਂ। ਇਹ ਤੇ ਬੜੀ ਦੂਰ ਦਾ ਸਫ਼ਰ ਹੈ, ਜਿਹਨੂੰ ਭਾਈ ਵੀਰ ਸਿੰਘ ਜੀ ਕਹਿੰਦੇ ਨਾ, ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬਹਿੰਦੇ। ਉੱਥੇ ਜੇ ਹੈ ਨਿਹੋ ਵਾਲੇ ਨੈਣਾਂ ਦੀ ਨੀਂਦਰ ਦਿਨੇ ਰਾਤ ਪੇ ਵਹਿੰਦੇ। ਉਹ ਦਰਿਆਵਾਂ ਨਾਲ ਤਸ਼ਬੀਹ ਦਿੰਦੇ। ਦਰਿਆ ਉਹ ਪਹਾੜਾਂ ਦੀਆਂ ਚੋਟੀਆਂ ਤੋਂ ਤੁਰਦੀਆਂ ਪਾਣੀ ਦੀਆਂ ਬੂੰਦਾਂ ਤੇ ਆ ਬਹਾ ਬਣ ਕੇ ਤੁਰਦੀਆਂ ਲੱਗੀਆਂ ਜਾਂਦੀਆਂ। ਰਸਤੇ 'ਚ ਆਉਣ ਵਾਲੇ ਪਰਿੰਦੇ, ਪੰਛੀ, ਜਾਨਵਰ ਉਹ ਆਪਣੀ ਜਗ੍ਹਾ ਦੀ ਸੀਮਾ 'ਚ ਰਹਿੰਦੇ। ਉਹ ਸੌਂ ਜਾਂਦੇ, ਮਨੁੱਖ ਸੌਂ ਜਾਂਦੇ, ਨਗਰ ਬਸ਼ਰ ਸਭ ਆਪੋ ਆਪਣੀ ਜਗ੍ਹਾ ਤੇ ਰਹਿੰਦੇ। ਪਰ ਦਰਿਆ ਨਾ ਰੁਕਦਾ, ਦਰਿਆ ਤੇ ਤੁਰਿਆ ਲਗਾ ਜਾਂਦਾ। ਵਸਲੋਂ ਉਰਾ ਮੁਕਾਮ ਨਾ ਕੋਈ, ਉਹਨਾਂ ਦਾ ਮੁਕਾਮ ਸਮੁੰਦਰ ਹੈ। ਵਸਲ, ਵਸਾਲ, ਮਲਾਪ। ਉਹ ਕਿੱਥੇ, ਜਿਨ੍ਹਾਂ ਨੇ ਕੁਝ ਧਾਰਿਆ ਹੋਇਆ ਉਹ ਕਿੱਥੇ ਰੁਕਦੇ ਨੇ। ਸੋ ਰਾਏ ਬੁਲਾਰ ਕਹਿੰਦਾ ਨਾ ਜਾਓ। ਬਾਬਾ ਜੀ ਕਹਿੰਦੇ ਨਾ ਰਾਏ ਜੀ, ਇਹ ਮਿਸ਼ਨ ਹੈ, ਇਹ ਕਰਤਾਰੀ ਹੁਕਮ ਹੈ, ਇਹਨੂੰ ਇਸੇ ਰੂਪ ਦੇ ਜਿਹੜਾ ਹੈਗਾ ਪ੍ਰਜਵਲਿਤ ਕਰਨਾ ਹੈਗਾ। ਖੈਰ,
ਜਿਹੜੇ ਸਰੂਪ ਨੂੰ ਬੇਨਤੀ ਕਰਨ ਲੱਗਾ ਸੀਗਾ ਕਿ ਜਦੋਂ ਅੱਜ ਅਸੀਂ ਸੋਸ਼ਲ ਸਟਰਕਚਰ 'ਚ ਦੇਖਦੇ ਹੈਗੇ ਆ, ਦੂਜੇ ਦੀ ਸਮੱਸਿਆ ਸਾਡੀ ਸਮੱਸਿਆ ਨਹੀਂ, ਨਾ ਸਭ ਦੀ ਸਮੱਸਿਆ ਸਾਡੀ ਸਮੱਸਿਆ ਆ। ਗੁਆਂਢੀ ਘਰ ਅੱਗ ਲੱਗੀ, ਉੱਥੇ ਜਾ ਕੇ ਬੁਝਾ ਤਾਂ ਆਪਣੇ ਘਰ ਸੁੱਖ ਨਾਲ ਸੋਏਗਾ। ਮਨੁੱਖਤਾ ਨੂੰ ਇਸ ਰੂਪ ਵਿੱਚ ਜੁੜਿਆ ਦੇਖੋ। ਬੀਤੀ ਰਾਤ ਮੈਂ ਵੈਸੇ ਤਾਂ ਬਹੁਤ ਹੀ ਨਹੀਂ ਦੇਖ ਪਾਇਆ, ਥੋੜੀ ਜਿਹੀ ਦੇਖੀ ਡਿਬੇਟ, ਮੁੜ ਕੇ ਤੇ ਕੁਝ ਮੈਂ ਹਾਈਲਾਈਟਸ ਹੀ ਦੇਖੇ। ਐਕਚੁਅਲੀ ਸੌਰੀ ਟੂ ਸੇ, ਮੈਨੂੰ ਐਵੇਂ ਲੱਗ ਰਿਹਾ ਸੀ ਜਿਵੇਂ ਤੀਜੀ ਚੌਥੀ ਜਮਾਤ ਦੇ ਦੋ ਨਿਆਣੇ ਨਹੀਂ ਆਪਸ ਵਿੱਚ ਖੈਬੜ ਰਹੇ ਹੁੰਦੇ, ਐਂਡ ਦੈਟ ਕਾਈਂਡ ਆਫ ਥਿੰਗ ਵਾਜ਼ ਹੈਪਨਿੰਗ। ਇਹ ਇੱਕ ਨਵਾਂ ਸੱਚ ਹੈ ਸਾਡੇ ਇਸ ਸੁਸਾਇਟੀ ਦੇ ਵਿੱਚ। ਖੈਰ, ਜਿਹੜਾ ਹੈਗਾ ਜੋਏ ਬਾਈਡਨ ਨੇ ਜਿਹੜੀ ਗੱਲਾਂ ਕੀਤੀਆਂ, ਕੁਝ ਗੱਲਾਂ ਬਹੁਤ ਕਮਾਲ ਦੀਆਂ ਸੀ। ਗੱਲ ਉਹਨੇ ਜਦੋਂ ਕੀਤੀ ਕਿ ਯੈਸ ਮੇਰਾ ਬੇਟਾ ਡਰੱਗ ਐਡਿਕਟ ਹੈ, ਇਹ 'ਚ ਕੋਈ ਸ਼ੱਕ ਨਹੀਂ ਹੈਗਾ, ਬਟ ਆਈ ਐਮ ਅ ਪ੍ਰਾਊਡ ਡੈਡ, ਆਈ ਲਵ ਹਿਮ। ਇਹ ਕੀ ਹੈ? ਫੋਰਗਿਵਨੈਸ ਕੀ ਹੁੰਦੀ ਹੈ? ਇਹ ਲੱਗੇ ਕਿ ਓ ਹੋ ਮੇਰਾ ਤੇ ਰਾਹ ਆ ਸੀਗਾ ਤੇ ਇਸ ਨੇ ਇਸ ਰਾਹ ਤੋਂ ਪਾੜ ਕੇ ਇਸ ਪਾਸੇ ਚੱਲਿਆ, ਮੈਂ ਮਰਦਾ ਮਰ ਜਾਵਾਂਗਾ ਪਰ ਆਪਣੀ ਐਂਬੈਰਸਮੈਂਟ ਨਾ ਨਾ ਨਾ, ਮੇਰੀ ਐਂਬੈਰਸਮੈਂਟ, ਮੇਰਾ ਹੰਕਾਰ ਉਹ ਪਲਿਆ, ਤੇਰਾ ਕੀ ਹੈ? ਤੇਰੇ ਵਰਗੇ ਕਈ ਆਏ ਤੇ ਕਈ ਤੁਰ ਗਏ। ਆਪਣੀ ਆਈਡੈਂਟਿਟੀ ਇੱਕ ਛੋਟੀ ਜਿਹੀ ਚਾਰ ਦੀਵਾਰੀ 'ਚ ਬੰਦ ਕਰ ਲਏਗਾ, ਫਿਰ ਤੂੰ ਕੌਮਾਂਤਰੀ ਵਾਸੀ, ਜਿਹਨੂੰ ਗੁਰੂ ਸਾਹਿਬ ਨੇ ਕਿਹਾ ਸੀਗਾ ਸਿੱਖ ਇਜ਼ ਅ ਯੂਨੀਵਰਸਲ ਸਿਟੀਜ਼ਨ। ਉਹ ਤੇ ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ। ਇਹ ਕਿਵੇਂ ਬਣੇਗਾ ਤੂੰ? ਤੂੰ ਤੇ ਮੀਤ ਬਣ ਗਿਆ ਇੱਕ ਛੋਟੀ ਜਿਹੀ ਜਗ੍ਹਾ ਦਾ, ਮਾਰਿਆ ਗਿਆ। ਇਹ ਹੈ ਕਿ ਤੂੰ ਆਪਣੇ ਆਪ ਨੂੰ ਉਸ ਲੈਵਲ ਤੇ ਲੈ ਜਾ। ਕਬੀਰ ਰੋੜਾ ਹੁਆ ਤੋ ਕਿਆ ਭਇਆ, ਪੰਥੀ ਕੋ ਦੁਖ ਦੇ, ਹਰਜਨ ਐਸਾ ਚਾਹੀਏ ਜਿਉਂ ਧਰਨੀ ਮੈਂ ਖੇ ਮਿੱਟੀ ਹੋ ਜਾ। ਬਿਲਕੁਲ ਜਿੱਧਰੋਂ ਮਰਜੀ ਕੋਈ ਪੈਰ ਰੱਖੇ, ਜਿੱਧਰੋਂ ਮਰਜੀ, ਬਿਲਕੁਲ ਮਿੱਟੀ ਜਿਹੜੀ ਹੈ ਉਹ ਕਿਸੇ ਦਾ ਨੁਕਸਾਨ ਨਹੀਂ ਕਰਦੀ, ਉਹ ਕਿਸੇ ਨੂੰ ਹਾਰਮ ਨਹੀਂ ਕਰਦੀ। ਪਰ ਫਿਰ ਵੀ ਅਜੇ ਆਈਡੀਅਲ ਨਹੀਂ ਆਇਆ। ਦੇਖੋ ਇਹੀ ਤੇ ਕਮਾਲ ਆ, ਗੁਰੂ ਸਾਹਿਬ ਜ਼ਿਕਰ ਕਰਦੇ, ਉਹ ਸੁਣਨਾ ਤੇ ਉਹ ਮੰਨਣਾ ਆ, ਜਿਹੜਾ ਆਈਡੀਅਲ ਹੈ ਤੇ ਉਹਦੇ ਵਰਗੇ ਹੋਣਾ ਆ। ਇਸ ਕਰਕੇ ਗੁਰੂ ਅਮਰਦਾਸ ਸਾਹਿਬ ਕਹਿੰਦੇ ਮੈਂ ਕੁਰਬਾਨ ਜਾਣਾ ਜਿਹੜੇ ਇਸ ਸਕੂਲ ਦੇ ਵਿਦਿਆਰਥੀ, ਇਸ ਸਕੂਲ ਦੇ ਧਾਰਨੀ ਨੇ। ਬਾਬਾ ਜੀ ਫਿਰ ਆਈਡੀਅਲ ਕੀ ਹੈ? ਕਹਿੰਦੇ ਵੀ ਖੇ ਤੇ ਠੀਕ ਹੈ, ਪਰ ਖੇ ਦੀ ਸਮੱਸਿਆ ਵੀ ਖੇ ਹੁਆ ਤੋ ਕਿਆ ਭਇਆ, ਜੋ ਉੱਡ ਲੱਗ ਗਏ ਅੰਗ। ਮਿੱਟੀ ਦੀ ਮੁਸ਼ਕਲ ਇਹ ਹੈ, ਮਿੱਟੀ ਤੇ ਥੋੜਾ ਤੁਰੋਗੇ ਜਾਂ ਥੋੜੀ ਚੀਜ਼ ਕੋਈ ਆਏਗੀ ਹਵਾ ਵਗੈਰਾ ਤੇ ਮਿੱਟੀ ਉੱਡੇਗੀ, ਉੱਡ ਕੇ ਜਿੱਥੇ ਲੱਗੇਗੀ ਮੈਲ ਲਾਏਗੀ ਨਾ। ਜਿਹੜਾ ਧਰਮ ਆ, ਜਦੋਂ ਧਰਮ ਸੰਪਰਦਾਇਕਤਾ 'ਚ ਬਦਲਦਾ ਆ, ਜਦੋਂ ਧਾਰਮਿਕ ਲੋਕ ਸੈਕਟ ਬਣਾਉਂਦੇ ਨੇ ਆਪਣੇ, ਤੇ ਸੈਕਟਿਜ਼ਮ ਕਰਕੇ ਫਿਰ ਉਹ ਨਫ਼ਰਤ ਫੈਲਾਉਂਦੇ ਨੇ। ਹੈ ਕਿ ਚੰਗੇ, ਉਹਨਾਂ 'ਚ ਕੋਈ ਦੋਸ਼ ਨਹੀਂ, ਦੇ ਆਰ ਰੀਅਲੀ ਗੁੱਡ ਪੀਪਲ, ਐਵਰੀਥਿੰਗ, ਬਟ ਸੈਕਟਿਜ਼ਮ ਮੈਲ, ਮਿੱਟੀ ਉੱਡਦੀ, ਮਿੱਟੀ ਮੈਲ ਲਾਉਂਦੀ ਨਾ। ਇਹ ਵੀ ਨਾ ਹੋਏ, ਬਲਕਿ ਹਾਲਤ ਐਸੀ ਹੋਏ। ਇਸੇ ਕਰਕੇ ਸਿੱਖੀ 'ਚ ਸਰਬੱਤ ਦਾ ਭਲਾ ਐਵੇਂ ਨਹੀਂ ਆ ਗਿਆ। ਜਦੋਂ ਰਿਸਪੌਂਸਿਬਿਲਿਟੀ ਦੀ ਗੱਲ ਆਈ ਹੈ, ਉਦੋਂ ਆਪਣੇ ਤੇ ਲਈਏ ਖਾਲਸੇ ਨੇ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਇੱਕ ਜੌਬ ਮੰਗ ਰਿਹਾ ਹੈ, ਇੱਕ ਰਿਸਪੌਂਸਿਬਿਲਿਟੀ ਮੰਗ ਰਿਹਾ। ਕਾਹਦੀ ਰਿਸਪੌਂਸਿਬਿਲਿਟੀ ਮੰਗ ਰਿਹਾ? ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤ ਆਵੇ, ਮਾਲਕ ਆ ਕਾਰਜ ਦੇ, ਮੈਂ ਤੇਰੇ ਸਿਮਰਨ ਤੋਂ ਦੂਰ ਨਾ ਜਾਵਾਂ, ਮੈਨੂੰ ਭੁੱਲੇ ਹੀ ਨਾ ਤੂੰ, ਮੇਰੇ ਤੇਰੇ ਨਾਲ। ਇਹ ਚੀਜ਼ ਮੰਗੀ ਗਈ। ਜਦੋਂ ਸਭ ਵਾਸਤੇ ਗੱਲ ਕੀਤੀ ਗਈ ਤੇ ਸਭ ਲਈ ਇਹ ਨਹੀਂ ਕਿਹਾ ਵੀ ਰੱਬਾ ਸਾਰਿਆਂ ਨੂੰ ਨਾ, ਸਾਰਿਆਂ ਨੂੰ ਅਸੀਂ ਕੌਣ ਹੁੰਨੇ ਆ ਵੀ ਸਾਰਿਆਂ ਨੂੰ ਅਸੀਂ ਸਿੱਖ ਹੀ ਬਣਾਉਣਾ ਆ, ਸਾਰਿਆਂ ਦੇ ਕੇਸ ਹੀ ਰੱਖਣੇ ਆ, ਸਾਰਿਆਂ ਨੂੰ ਨਾ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਸਭ ਵਾਸਤੇ ਕੀ ਹੈ? ਇੱਕੋ ਹੀ ਮੰਗ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ, ਬਸ ਭਲਾ ਹੀ ਕਰੇ। ਤੁਸੀਂ ਜੇ ਡੀਪ ਲੈਵਲ ਤੇ ਦੇਖੋਗੇ ਨਾ, ਮਾਫੀ ਮੰਗਾਂਗਾ, ਜਿਹੜੀ ਬਾਣੀ ਬਾਤ ਕਰਦੇ ਨੇ, ਮੰਨੇ ਕੀ ਗਤ ਕਹੀ ਨਾ ਜਾਏ, ਸਿੱਖੀ ਦੀ ਬਾਤ ਨੂੰ ਕਿਵੇਂ ਐਵੈਲੂਏਟ ਕਰਾਂਗੇ? ਮੈਂ ਤਾਂ ਖੁਦ ਕਈ ਵਾਰੀ I got totally mesmerized when I go through with this kind of actually valleys of Sikhi. I thought, ਬਾਬਾ ਜੀ ਕੀ ਕਮਾਲ ਆ, ਇਹ ਤੇ ਚਾਨਣੀ ਦੀਆਂ ਦੀਵਾਰਾਂ ਲਾਈਆਂ ਪਈਆਂ ਸਾਰੀਆਂ, ਚਾਰ ਚਪੇਰੇ, ਇੱਕ ਇੱਕ ਜਿਹੜੀ ਚੀਜ਼ ਆ। ਮਤਲਬ ਲੋਕੀ ਕਹਿੰਦੇ ਵੀ ਹੀਰੇ ਜੜੇ ਨੇ, ਮੋਤੀ ਜੜੇ ਨੇ, ਜਵਾਹਰਾਤ ਜੜੇ ਨੇ, ਕੋਈ ਚੀਜ਼ ਵੀ ਕੰਪੈਰੀਜ਼ਨ ਤੇ ਨਹੀਂ ਲਿਆ ਸਕਦੇ ਅਸੀਂ। ਖੈਰ, ਜਿਹੜੀ ਬੇਨਤੀ ਕਰ ਰਿਹਾ ਸੀਗਾ,
ਬਾਬਾ ਕਬੀਰ ਜੀ ਉਹ ਕਹਿੰਦੇ ਹਕੀਕਤ ਇਹ ਆਈਡੀਅਲ ਨਹੀਂ ਗਾ ਨਾ, ਆਈਡੀਅਲ ਇਹ ਹੈ ਮਿੱਟੀ ਵੀ ਹੋ ਗਿਆ ਪਰ ਫਿਰ ਵੀ ਕਿਤੇ ਨਾ ਕਿਤੇ ਸੰਪਰਦਾਈ ਹੋ ਗਿਆ। ਇਸ ਆ ਗਈ ਕਿ ਹਾਂ ਮੈਂ ਦੂਜਿਆਂ ਨਾਲੋਂ ਵੱਖਰਾ, ਮੈਨੂੰ ਦੂਜਿਆਂ ਨਾਲੋਂ ਜ਼ਿਆਦਾ ਪਰਖ ਮਿਲ, ਮੈਨੂੰ ਕੁਦਰਤ ਜ਼ਿਆਦਾ ਦੇ, ਕਾਦਰ ਜ਼ਿਆਦਾ ਦੇ, ਇਸ ਕਿਸਮ ਦੀ ਬਾਤ ਕਹਿੰਦੇ ਨਹੀਂ 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 ਨਹੀਂ। कह लगे खे हुई तो क्या भया जो उड़ लागे अंग, हरजन ऐसा चाहिए जो पानी सरबंग। पानी सरबंग आ, पानी सर्ब संपूर्ण आ। पानी की हकीकत यह है ਉਹਦਾ अपना कोई रंग नहीं, दुनिया का हर रंग पानी का आ। ਉਹਦੇ ਚ ਲਾਲ ਚੁੰਡੀ ਪਾ ਦਿਓ ਲਾਲ ਹੋ ਜਾਂਦਾ, ਕਾਲਾ ਪਾ ਦਿਓ ਕਾਲਾ ਹੋ ਜਾਂਦਾ, ਉਹਨੂੰ ਗਲਾਸ 'ਚ ਪਾ ਦਿਓ ਖੜਾ ਹੋ ਜਾਂਦਾ, ਥਾਲੀ 'ਚ ਪਾ ਦਿਓ ਲਿਟ ਜਾਂਦਾ। ਹੈ ਹੀ ਨਹੀਂ अपना आपा रखे ही नहीं, अपनी मर्जी कोई नहीं। ये है हुक्म रजाई चलना, रजादार तार नहीं हो गया बिल्कुल, जिथे तू रखे उत्थे ही रहना है। इहो जी बात हो गई सब इस तरीके नाल। पर इस शब्द होने दे बावजूद हाँ कई बार समटाइम पीपल talk about philosophy and they say you know दुनिया दी philosophy पढ़नी चाहिए है। If we have philosophical kind of knowledge or wisdom, then you can actually enjoy top level of literacy। ਇਹੋ ਜਿਹੀਆਂ ਗੱਲਾਂ ਹੁੰਦੀਆਂ। ਉਹ ਦੁਨੀਆ ਦੀ ਕਿਹੜੀ ਫਿਲਾਸਫੀ ਇਹਦੇ ਸਾਹਮਣੇ ਟਿਕੇਗੀ? ਤੁਸੀਂ ਦੇਖੋ ਮਿਸਾਲ ਸ਼ੁਰੂ ਕੀਤੀ ਇੱਕ ਹਲੀਮੀ ਦੀ, ਹੰਬਲਨੈਸ ਦੀ, ਉਹਨੂੰ ਬਿਲਕੁਲ ਯੂਨੀਕ ਕਰਦੇ ਗਏ, ਪਿਉਰੀਫਾਈ ਕਰਦੇ ਗਏ। इतनी ज़्यादा लै आंदा। तुसी कित्थों शुरू हुई? रोड़े तो, मिट्टी तो, पानी तो, ते पानी तो बंदा जाके कहेगा भी दैट्स फाइनल। पानी तो वड्डी चीज तरल हो गया, द्रव हो गया बिल्कुल, हुण ते कुछ भी नहीं। बाबा कबीर जी कहते जे भी आइडियल नहीं हैगा। कबीर पानी हुआ तो क्या भया, सीरा ताता होए। सीरा ताता पानी दी है, जे थोड़ी जी ज़्यादा ठंड पै जाए तो जम जाता है, थोड़ी जी गर्मी पै जाए तो उबल जाता है। बड़े बड़े धार्मिक लोग, धार्मिक वृत्ति रखने वाले सैक्ट समाज सब जिवें कुछ हालात बनते हो जे वो भुल जाते सिविल बिहेवियर की हुंदा है। अमेरिकनाइज सोसाइटी नूं असीं इस नूं आइडियल समझते हैं। तो मैं कहना ये साडी जिहड़ा हैगा तमन्ना भी है कि मुल्क अपने सही पैरां ते रहन सब तरीके दे नाल, क्योंकि दुनिया भर दे च ऑलरेडी अफरा तफरी इन्नी मची है। जिथे भी सिचुएशन को बहुत ही ज़्यादा सावी ना रही तो मानवता का बड़ा नुकसान होएगा। इहो जिहियां गल्लां असीं करदे। पर जिहड़ी मैं विनती करन लगा ਉਹਦੇ 'ਚ हैगा कि अमेरिकन या जिहड़ा यूरोपियन कल्चर उस ला की गल की जाती, एथिक्स की गल की जाती, लीगल या इलीगल टर्मनोलॉजी की गल की जाती। तो ये बात होंदी कि जिहड़ी है जिवें टैररिज्म की गल आ क्या गया गलत है इस तरीके नाल सब चीज़ां। पर जो 9/11 इत्थे वापरदा उस तो बाद जिवें जॉर्ज बुश जिहड़ा हैंडल करता है सारी सिचुएशन, सीधे तौर पर लगता है एक रिवेंज उस किस्म का बिहेवियर है। सिविल नेचर ही चला गया विचों, माड़ा जा गर्मी लगी उबल गया। ये चीज़ इत्थे ही नहीं, तुहानूं बहुत सारिया चीज़ां जगह ते मिल जाएगी। धार्मिक लोग वर सराफ दे देंदे, इस दियां चीज़ां होंदियां। गुरु अर्जन साहब श्री खीरू साडे सामने है, तो इहो जिहा साडे कोल बहुत इतिहास है साडे गुरु साहब दा, सिखां दा, गुरमुखां दा। गुरु अर्जन साहब जिन्हां नूं तत्ती तवी ते बिठाया गया। हुण तुसीं देखो, मैं क्या पानी की मिसाल ये है, बहुता ठंडी थां ते रखोगे जम जाएगा, गर्म करोगे उबल जाएगा। गुरु अर्जन साहब देगां चो वाले तवियां ते धर के इस तरीके नाल लूए गए, पर जबान तो जिहड़े लफ्ज निकले तवारीख कहंदी है तेरा किया मीठा लगा है। ये आइडियल है। पानी भी आइडियल नहीं गा, पानी भी सीरा ताता हो जाएगा। किसी तरीके दे नाल भी जिहड़ियां मॉरल वैल्यूज ने, जिहड़े एथिक्स ने, जिहड़ी रूहानी कदरां कीमतां दी बात आ, उहदा त्याग ना होए। क्या कबीर पानी हुआ तो क्या भया जो सीरा ताता होए, हर जन ऐसा चाहिए जैसा हर ही होए। हरी दा जन इहो जिहा होए जिहो जिहा हरी आप है। सो रियल
ਉਸ ਰੀਅਲ ਨੂੰ ਗੋਲ ਮੰਨਿਆ ਜਾਏ। ਗੁਰੂ ਬਾਬਾ ਜੀ ਨੇ ਕਿਹਾ ਹਰ ਜੀਓ ਸੱਚਾ, ਉਹ ਸੱਚਾ ਆ, ਉਹ ਰੀਅਲ ਆ, ਉਹਦੇ ਨਾਲ ਹੀ ਜੁੜਨਾ ਹੈ। ਉੱਚੋ ਉੱਚਾ ਅਗੰਮ ਬੜਾ, ਉੱਚਾ ਬੜਾ, ਹਉ ਮੈਂ ਮਾਰ ਮਿਲਾਵਣਿਆ। ਹਾਂ, ਜੇ ਆਪਣੀ ਅਹੰਕਾਰ ਵਾਲੀ ਬਿਰਤੀ ਦਾ ਅਸੀਂ ਤਿਆਗ ਕਰਾਂਗੇ ਤੇਰੀ ਅਸੀਸ ਨਾਲ, ਤੇ ਤੇਰਾ ਰੂਪ ਹੋ ਜਾਵਾਂਗੇ। ਇਹ ਰਹਾਉ ਦਾ ਪਦਾ ਆ। ਅਖੀਰਲੇ ਦੋ ਬੰਦਾਂ ਦੇ ਵਿਚਾਰ ਖਾਸ ਕਰਕੇ ਕਰਨੀ ਸੀ, ਉਹਨਾਂ ਤੇ ਅਸੀਂ ਅੱਜ ਤਰਜੀਹ ਦਿੰਦੇ ਹਾਂ। ਸਾਹਿਬ ਕਹਿੰਦੇ ਗੁਰਮੁਖ ਸੱਚੋ ਸੱਚ ਲਿਖੈ ਵਿਚਾਰ। ਜਿਹੜੇ ਗੁਰੂ ਵੱਲ ਮੂੰਹ ਕਰਦੇ ਉਹ ਜੀਵਨ ਦੇ ਵਿਚਾਰ ਲਿਖਦੇ। ਇਹਦੇ ਵਿਚਾਰ ਦਾ ਮਤਲਬ ਇੱਥੇ ਲਿਟਰਲੀ ਤੌਰ 'ਤੇ ਥਾਟਸ ਨਹੀਂ ਹੈਗੇ। ਲਿਟਰਲੀ ਤੌਰ 'ਤੇ ਦਾ ਮਾਇਨਾ ਜਿਹੜਾ ਬਣਦਾ ਉਹ ਬਣਦਾ ਸਾਡੇ ਐਕਸ਼ਨ, ਐਕਟ। ਅਸੀਂ ਕਰਮ ਲਿਖ ਰਹੇ ਹਾਂ ਆਪਣੇ। ਅਤੇ ਬੰਦਾ ਕਈ ਵਾਰੀ ਇਹ ਬਹੁਤ ਕਰਦਾ, ਪਤਾ ਨਹੀਂ ਕਰਮ ਕਿਹੋ ਜਿਹੇ ਕੀਤੇ ਨੇ ਜਿਨ੍ਹਾਂ ਕਰਕੇ ਅੱਜ ਆਹ ਸਭ ਭੋਗਣਾ ਪੈ ਰਿਹਾ। ਭਾਈ ਜੇ ਇਸੇ ਗੱਲ ਨੂੰ ਮੰਨਣਾ ਆ ਤੇ ਜੋ ਬੀਤਾ ਉਹ ਤੇ ਗਿਆ, ਅੱਜ ਤੇ ਠੀਕ ਕਰ। ਜੇ ਝੋਰੇ ਕਰੀ ਜਾਏਗਾ, ਅਫਸੋਸ ਹੀ ਕਰੀ ਜਾਏਗਾ, ਤੇ ਉਸੇ ਲਾਈਨ 'ਚ ਫਿਰ ਤਾਂ ਕੁਝ ਵੀ ਨਹੀਂ ਬਦਲੇਗਾ। ਅੱਜ ਹੀ ਸੋਚ, ਜੋ ਚੰਗਾ ਵੱਢਣ ਦੀ ਖਾਸ਼ ਆ, ਚੰਗਾ ਬੀਜਣ ਦੀ ਇੱਛਾ ਪੈਦਾ ਕਰ। ਸਭ ਨੇ ਬਿਆਨ ਕੀਤਾ ਜਿਹੜੇ ਗੁਰੂ ਵੱਲ ਮੂੰਹ ਕਰ ਲੈਂਦੇ, ਸੱਚੋ ਸੱਚ ਲਿਖੈ ਵਿਚਾਰ, ਹਕੀਕੀ ਵਿਚਾਰ ਲਿਖਦੇ, ਹਕੀਕੀ ਅਮਲ ਕਰਦੇ, ਅਹਿਸਾਸ ਕਰਦੇ। ਅਸੀਂ ਸ਼ਬਦ ਪੜ੍ਹਦੇ ਹਾਂ ਬਾਣੀ ਦੇ ਵਿੱਚ, ਦਿੱਤਾ ਲਈਏ ਆਪਣਾ, ਵਿਣ ਦਿੱਤਾ ਕਿਛ ਹੱਥ ਨਾ ਆਏ। ਜੋ ਕੁਝ ਸਾਡੇ ਕੋਲ ਆਉਂਦਾ ਆ, ਇਹ ਘੁੰਮ ਕੇ ਰੋਟੇਟ ਹੋ ਕੇ ਆਉਂਦਾ ਆ। ਅਸੀਂ ਆਪ ਹੀ ਹੱਥੀਂ ਫੜਾਇਆ ਹੁੰਦਾ, ਇਸ ਹੱਥ ਨਾਲ ਫੜਾਉਂਦੇ ਆ, ਇਸ ਹੱਥ ਨਾਲ ਮਿਲ ਜਾਂਦਾ। ਇਹ ਕੁਦਰਤ ਦਾ ਨਿਯਮ ਹੈ। ਬੰਦੇ ਨੂੰ ਹਾਂ, ਸਾਡਾ ਰੈਸ਼ਨਲ ਮਾਈਂਡ ਕਈ ਵਾਰੀ ਨਹੀਂ ਸਮਝ ਪਾਉਂਦਾ। ਮੈਂ ਕੀਤਾ ਤੇ ਆ ਸੀ, ਮੇਲ ਆ ਗਿਆ ਭਾਈ, ਉਹਦੇ 'ਚ ਬਹੁਤ ਸਾਰੇ ਚੀਜ਼ਾਂ ਫੈਕਟਰ ਕਰਦੇ ਨੇ, ਪਰ ਰਿਐਲਿਟੀ ਦੇ ਵਿੱਚ ਦੇਖੇਗਾ ਇਹੀ ਚੀਜ਼ ਹੋ ਰਹੀ ਹੈ। ਜਿਹੋ ਜਿਹਾ ਬੀਜੇਗਾ ਉਹੋ ਜਿਹਾ ਵੱਢੇਗਾ। ਬੰਦਾ ਕਹਿੰਦਾ ਨਹੀਂ ਨਹੀਂ, ਬੀਜਾਂ ਮਾੜਾ ਤੇ ਵੱਢਾਂ ਚੰਗਾ। ਸਾਹਿਬ ਕਹਿੰਦੇ ਨਹੀਂ, ਸੱਚ ਨੂੰ ਐਕਸੈਪਟ ਕਰ, ਤੇ ਸੱਚ ਹੈ। ਗੁਰੂ ਵੱਲ ਮੂੰਹ ਕਰਕੇ ਗੁਰਮੁਖ ਸੱਚੋ ਸੱਚ ਲਿਖੈ ਵਿਚਾਰ। ਸੇਜਨ ਸੱਚੇ ਪਾਵੇਂ ਮੋਖ ਦੁਆਰ। ਮੁਕਤੀ ਦਾ ਦੁਆਰਾ। ਲੋਕੀ ਕਹਿੰਦੇ ਕਿ ਮੁਕਤੀ ਹੁੰਦੀ ਹੈ। ਡਜ਼ ਸੈਲਵੇਸ਼ਨ ਐਗਜ਼ਿਸਟ ਔਰ ਇਟਸ ਜਸਟ ਏ ਆਈਡੀਆ? ਭਾਈ ਗੱਲ ਇਹ ਹੈ, ਮੁਕਤੀ ਤੇ ਛੋਟੇ ਤੋਂ ਛੋਟੇ ਰੂਪ ਤੋਂ ਲੈ ਲਵੋ। ਬੰਦੇ ਨੂੰ ਕ੍ਰੋਧ ਦੀ ਜ਼ਿੰਦਗੀ ਖਰਾਬ ਕਰੀ ਜਾਂਦਾ, ਉਹਦੇ ਤੋਂ ਮੁਕਤ ਹੋ ਜਾਏ। ਬੜੇ ਲੋਕ ਨੇ ਇਹੋ ਜਿਹੇ। ਮੈਂ ਬੀਤੇ ਹੀ 'ਚ ਇੱਕ ਰਿਲੇਸ਼ਨਸ਼ਿਪ ਥੈਰੇਪੀ ਦੇ ਵਿੱਚ ਸੀਗਾ ਇਨਵੋਲਵ, ਦੋ ਇੰਡੀਵਿਜੂਅਲਸ ਦੇ ਨਾਲ। ਅਤੇ ਉਹ ਖੁਦ ਇੰਡੀਵਿਜੂਅਲ ਕਹਿ ਰਿਹਾ ਕਿ when we were dating each other that time, my sister told her, if this individual can actually control his anger, no one is actually have this, no one can, we cannot even compare what kind of person he is. ਅਸੀਂ ਕੰਪੈਰੀਜ਼ਨ ਵੀ ਨਹੀਂ ਕਰ ਸਕਦੇ। what a nice human being। ਹਾਂ, ਇੱਕੋ ਪ੍ਰੋਬਲਮ ਹੈ, ਕ੍ਰੋਧ। ਹੁਣ ਖੁਦ ਨੂੰ ਉਹ ਖੁਦ ਇਹ ਬਾਤ ਕਹਿ ਰਿਹਾ ਹੈ। ਹੁਣ ਉਹਦੀ ਮੁਕਤੀ ਕੀ ਹੈ? ਜੇ ਕਿਤੇ ਉਹੀ ਨਾ ਰਹੇ ਉਹਦੇ ਕੋਲ, ਤੇ ਬਾਕੀ ਸਾਰਾ ਕੁਝ ਤੇ ਪਰਫੈਕਟ ਹੀ ਹੈ। ਇੱਕ ਛੋਟੀ ਜਿਹੀ ਚੀਜ਼ ਇੰਨਾ ਬੌਦਰ ਕਰ ਰਹੀ ਹੈ। ਮੁਕਤੀ ਇਹੋ ਜਿਹੀਆਂ ਆਦਤਾਂ, ਖਿਆਲ, ਸੋਚ, ਇਹ ਸਭ ਚੀਜ਼ਾਂ। ਤੇ ਫਿਰ ਇਸ ਤੋਂ ਬਾਅਦ ਬੰਦਾ ਜਦੋਂ ਆਪਣੀ ਅਗਲੀ ਜਰਨੀ ਤੇ ਜਾਏ, ਤੱਤ ਉਖੜ ਜਾਣ, ਫਿਰ ਕਿਹੜੀ ਬਾਤ ਕੀਤੀ ਜਾਏ? ਗੁਰੂ ਬਾਬਾ ਜੀ ਨੇ ਤੇ ਬਾਤ ਲਿਖੀ। ਮਹਾਰਾਜ ਜ਼ਿਕਰ ਕਰਦੇ, ਸੇਜਨ ਸੱਚੇ ਪਾਵੇਂ ਮੁਖ ਦੁਆਰ। ਜਿਹੜੇ ਕਰਮ ਸੱਚੇ ਕਰਨੇ ਸ਼ੁਰੂ ਕਰ ਦਿੰਦੇ ਤੇ ਅਹਿਸਾਸ ਕਰਦੇ ਆਪਣੇ ਲਿਖੇ ਲੇਖ ਬਹੁੜ ਕੇ ਵਾਪਸ ਆਉਣੇ ਨੇ, ਉਹਨਾਂ ਨੂੰ ਮੁਕਤੀ ਪੱਕੀ ਹੈ, ਮੋਕਸ਼ ਪੱਕਾ ਆ। ਸੱਚ ਕਾਗਦ ਕਲਮ ਮਸਵਾਣੀ, ਸੱਚ ਲਿਖ ਸੱਚ ਸਮਾਵਣੇ ਆ। ਨਾ ਕਾਗਦ ਝੂਠਾ ਆ, ਨਾ ਸ਼ਾਹੀ ਝੂਠੀ ਹੈ, ਨਾ ਕਲਮ ਝੂਠੀ ਹੈ, ਨਾ ਲਿਖਣਾ ਝੂਠਾ ਆ। ਇਹ ਸਭ ਚੀਜ਼ਾਂ ਸੱਚੀਆਂ ਹੀ ਨੇ। ਅਕਾਲ ਪੁਰਖ ਵਾਹਿਗੁਰੂ ਨੇ, ਸਮਟਾਈਮ ਪੀਪਲ ਆਸਕ, ਭਾਈ ਸਾਹਿਬ, ਡੂ ਵੀ ਹੈਵ ਫ੍ਰੀ ਵਿਲ ਔਰ ਐਵਰੀਥਿੰਗ ਇਜ਼ ਪ੍ਰੀ ਡਿਟਰਮਿਨਡ? ਭਾਈ ਗੁਰਬਾਣੀ ਇਹ ਕਹਿ ਰਹੀ ਹੈ, ਜੇ ਪ੍ਰੀ ਡਿਟਰਮਿਨਡ ਵੀ ਹੈਗਾ ਤੇ ਉਹ ਕਿਸੇ ਲਾ ਵਿੱਚ ਆ। ਤੇ ਉਹਦਾ ਲਾ ਆ, ਜਦੋਂ ਤੁਸੀਂ ਉਹਨੂੰ ਸਮਝ ਕੇ ਉਹਨੂੰ ਫੋਲੋ ਕਰੋਗੇ, ਡੈਫੀਨੇਟਲੀ ਦੈਨ ਤੁਹਾਡੇ ਹੱਥ 'ਚ ਕਲਮ ਆ ਗਈ। ਬੰਦੇ ਨੂੰ ਕਈ ਵਾਰ ਅਸੀਂ ਰਜਿਸਟਰ ਹੀ ਕਰੀ ਜਾਂਦੇ ਹਾਂ, ਮਤਲਬ ਡਿਨਾਇਲ 'ਚ ਰਹਿਣਾ, ਰਜਿਸਟ ਕਰਨਾ। ਹੁਣ ਕੋਈ ਵੀ ਚੀਜ਼ ਆ, ਬੋਡੀ ਦੱਸਦੀ ਹੈ ਮੈਂ ਟਾਇਰਡ ਆ, ਬੰਦਾ ਕਹਿੰਦਾ ਨਹੀਂ ਮੈਂ ਨਹੀਂ ਮੰਨਣਾ। ਜੇ ਮੰਨ ਲਏਗਾ ਤੇ ਫਿਰ ਉਹਦਾ ਰੂਟ ਲੱਭੇਗਾ, ਕਿਉਂ ਟਾਇਰਡ ਆ। ਇਹਦੇ 'ਚ
ਖੂਨ ਘਟਿਆ, ਆਇਰਨ ਘਟਿਆ, ਕੁਝ ਕਮੀ ਹੈ, ਕੰਮ ਜ਼ਿਆਦਾ ਕੀਤਾ ਆ, ਨੀਂਦ ਨਹੀਂ ਪ੍ਰੋਪਰ ਆਈ, ਸਟ੍ਰੈਸ ਆ, ਕਿਹੜੀ ਚੀਜ਼ ਆ, ਉਹਦੇ ਤੇ ਕੰਮ ਕਰੇਗਾ। ਜੇ ਐਕਸੈਪਟ ਕਰੇਗਾ, ਰੂਟ ਕਾਜ਼ ਲੱਭੇਗਾ, ਉਹਦੇ ਤੇ ਕੰਮ ਕਰੇਗਾ, ਅਲਟੀਮੇਟਲੀ એનર્ਜੀ ਸਮਾਂ ਤੇ ਲੱਗੇਗਾ, ਪਰ ਐਂਡ ਆਫ ਦਾ ਡੇ ਜੋ ਸਾਰੇ ਚੋਂ ਬਾਹਰ ਆ ਜਾਏਗਾ, ਟਾਇਰਡਨੈਸ ਚਲੀ ਜਾਏਗੀ, ਉਹਦਾ ਟ੍ਰੀਟਮੈਂਟ ਹੋ ਜਾਏਗਾ, ਫਿਰ ਜੋ ਕਰਨਾ ਚਾਹੁੰਦਾ ਕਰ ਲੇਗਾ। ਬੰਦਾ ਇਹੀ ਕਹੀ ਜਾ ਨਹੀਂ 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 ਮੈਂ ਤੇ ਮੰਨਣਾ ਹੀ ਨਹੀਂ। ਹਾਂ, ਜੇ ਮੰਨਣਾ ਵੀ ਤੇ ਇੰਨਾ ਮੰਨਣਾ ਆ, ਕਿਸਮਤ ਹੀ ਮਾੜੀ ਹੈ, ਇਹ ਕਰਮ ਹੀ ਮਾੜੇ ਨੇ, ਇਹ ਤੇ ਪੁਰਾਣਾ ਕੋਈ ਕਿਸਮਤ ਦਾ ਲੇਖ ਮਾੜਾ ਆ। ਬਾਬਾ ਜੀ ਕਹਿੰਦੇ ਹੋ ਸੱਚੀ ਕਲਮ, ਸੱਚੀ ਸ਼ਾਹੀ ਤੇ ਸੱਚੇ ਲੇਖ ਨੇ। ਤੇਰੇ ਹੱਥ 'ਚ ਕਲਮ ਆ ਸਕਦੀ ਏ, ਸੱਚ ਨੇ ਤੈਨੂੰ ਤਾਮੀ ਇੰਨੀ ਜਿਹੜੀ ਹੈ ਤਾਬ ਦੇਣੀ ਹੈ, ਪਰ ਤੂੰ ਇਸ ਚੀਜ਼ ਨੂੰ ਐਕਸੈਪਟ ਤੇ ਕਰੇਗਾ ਨਾ। ਸੱਚ ਨੂੰ ਐਕਸੈਪਟ ਕਰ, ਰਿਐਲਿਟੀ ਦੇ ਵਿੱਚ ਰਹੋ। ਐਵੇਂ ਅਦਰਵਾਈਜ਼ ਕੀ ਹੁੰਦਾ ਹੈ ਕਿ ਜਾਂ ਵਹਿਮਾਂ ਭਰਮਾਂ 'ਚ ਚਲੇ ਜਾਣਾ ਆ। ਹਾਂ, ਕੋਈ ਕਿਸੇ ਨੇ ਟੂਣਾ ਟਪਾਰ ਕਰਤਾ, ਕੋਈ ਵਰ ਸਰਾਫ ਆ ਗਿਆ, ਕੋਈ ਇਹੋ ਜਿਹੀਆਂ ਚੀਜ਼ਾਂ, ਤੇ ਯਾਰ ਡਿਨਾਈ ਕਰੀ ਜਾਣਾ ਆ। ਗੁਰਮਤਿ ਨੇ ਕਿਹਾ ਰਿਐਲਿਟੀ 'ਚ ਆ, ਆਪਣੇ ਲਿਖੇ ਲੇਖ ਭੁਗਤ ਰਿਆਂ, ਦੱਦਾ ਦੋਸ਼ ਨਾ ਦਿਓ ਕਿਸੇ, ਦੋਸ਼ ਕਰਮਾਂ ਆਪਣੇ ਆ। ਜੋ ਮੈਂ ਕੀਆ ਡਿਨਾਈ ਹੈ ਹੀ ਨਹੀਂ, ਆਪਣੇ ਆਪ ਤੇ ਫੋਕਸ ਕਰ। ਇੱਥੇ ਗੁਰੂ ਬਾਬਾ ਜੀ ਨੇ ਬਿਆਨ ਕੀਤਾ, ਸੱਚ ਕਾਗਦ ਕਲਮ ਮਸਵਾਣੀ ਸੱਚ, ਲਿਖ ਸੱਚ ਸਮਾਵਣਿਆ। ਜੇ ਤੁਸੀਂ ਇਸ ਚੀਜ਼ ਨੂੰ ਮੰਨੋਗੇ, ਸੱਚ ਤੋਂ ਦੂਰ ਨਹੀਂ, ਸੱਚ 'ਚ ਸਮਾ ਜਾਓਗੇ, ਸੱਚ ਦਾ ਰੂਪ ਹੋ ਜਾਓਗੇ। ਮੇਰਾ ਪ੍ਰਭ ਅੰਤਰ ਬੈਠਾ ਵੇਖੈ, ਕਿੱਥੇ ਹੈ ਰੱਬ? ਵੇਅਰ ਇਜ਼ ਗੋਡ? ਇਫ ਯੂ ਬਲੀਵ ਇਨ ਗੋਡ, ਕੈਨ ਯੂ ਸ਼ੋ ਮੀ ਵੇਅਰ ਇਜ਼ ਗੋਡ? ਲੋਕੀ ਐਵੇਂ ਲਿਟਰਲੀ ਤੌਰ ਤੇ ਕਹਿੰਦੇ। ਗੁਰੂ ਗ੍ਰੰਥ ਸਾਹਿਬ ਕਹਿ ਰਿਹਾ ਅੰਤਰ ਬੈਠਾ, ਜਿਹੜੀ ਤੇਰੀ ਕੌਨਸ਼ੀਅਸ ਹੈ, ਚੇਤਨਾ ਆ, ਤੈਨੂੰ ਪਤਾ ਉਹ ਹੈ, ਵੇਖ ਉਹਨੂੰ। ਜੇ ਕੌਨਸ਼ੀਅਸ ਨਹੀਂ ਵੇਖ ਪਾ ਰਿਹਾ, ਤੂੰ ਆਪਣੀ ਚੇਤਨਾ ਖੁਦ ਨਹੀਂ ਵੇਖ ਪਾ ਰਿਹਾ, ਜਿਹੜਾ ਤੇਰੇ ਅੰਦਰ ਬੈਠਾ ਸਭ ਕੁਝ ਅਹਿਸਾਸ ਰਿਹਾ, ਵੇਖ ਰਿਹਾ ਹੈਗਾ, ਇੱਥੋਂ ਹੀ ਤੋਂ ਉਹਦਾ ਅਗਲਾ ਅਹਿਸਾਸ ਆਉਣਾ ਆ। ਸਭ ਨੇ ਕਿਹਾ ਮੇਰਾ ਪ੍ਰਭ ਅੰਤਰ ਬੈਠਾ ਵੇਖੈ, ਉਹ ਅੰਦਰ ਹੀ ਬੈਠਾ ਵੇਖ ਰਿਹਾ ਹੈ। ਜਦੋਂ ਬੰਦਾ ਚੇਤਨ ਹੋ ਜਾਂਦਾ, ਆਪਣੀ ਕੌਨਸ਼ੀਅਸ ਦੇ ਲੈਵਲ ਤੇ ਅਵੇਅਰ ਹੋ ਜਾਂਦਾ ਆ, ਜੀਵਨ ਦੇ ਕਰਮ ਬਦਲ ਜਾਂਦੇ ਨੇ। ਅਗਲਾ ਬਚਨ ਲਿਖਿਆ ਹੈ, ਗੁਰ ਪ੍ਰਸਾਦੀ ਮਿਲੈ ਸੋਈ ਜਨ ਲੇਖੈ। ਪਰ ਹਰ ਬੰਦੇ ਦਾ ਇਸ ਚੀਜ਼ ਸਮਝ ਆਏ, ਜ਼ਰੂਰੀ ਨਹੀਂ। ਗੁਰ ਪ੍ਰਸਾਦੀ, ਗੁਰੂ ਤਰਸ ਕਰੇ ਕਿਸੇ ਤੇ। ਇੱਥੇ ਗੁਰੂ ਰੂਪ ਹੈ ਵਿਵੇਕ ਦਾ। ਸਾਰੀ ਬਾਣੀ ਤੁਹਾਨੂੰ ਵਿਵੇਕਸ਼ੀਲ ਬਣਾਉਂਦੀ ਹੈ, ਤੁਹਾਨੂੰ ਇਨਲਾਈਟਡ ਕਰਦੀ। ਇਨਲਾਈਟਮੈਂਟ ਦਾ ਮਤਲਬ ਹੁੰਦਾ ਰੋਸ਼ਨ ਦਿਮਾਗ, ਦੀਵਾ ਵੱਲ ਜਾਣਾ ਸੁਰਤ ਦਾ ਅੰਦਰੋਂ। ਉਹੀ ਚੀਜ਼ਾਂ ਨੇ ਬੰਦੇ ਨੂੰ ਕੋਈ ਚੀਜ਼ ਸੰਸਾਰ ਵਿੱਚ ਵਾਪਰਦੀ, ਕੋਈ ਚੀਜ਼ ਹੁੰਦੀ ਆਲੇ ਦੁਆਲੇ। ਸਪੋਜ਼ ਕਰੋ ਅੱਜ ਦੇ ਅਸੀਂ ਦੌਰ 'ਚ ਵੇਖੀਏ, ਰਾਤੀ ਜਿਵੇਂ ਬਾਤ ਕੀਤੀ ਡੋਨਲਡ ਟਰੰਪ ਦੀ ਤੇ ਜੋ ਬਾਈਡਨ ਦੀ ਜਿਹੜੀ ਗੱਲਬਾਤ ਹੋ ਰਹੀ ਸੀਗੀ, ਤੇ ਉਹਦੇ ਉੱਤੇ ਇੱਕ ਟਿਪੀਕਲ ਬੰਦੇ ਨਾਲ ਜੋ ਕੋਈ ਸਾਡੀ ਐਥਨਿਕ ਜਿਹੜੀ ਇਸ ਖਾਸ ਕਰਕੇ ਕਮਿਊਨਿਟੀ 'ਚੋਂ ਆ ਰਿਹਾ ਬੰਦਾ ਹੋਏ, ਉਹਨੂੰ ਗੱਲ ਕਹੋ ਤੇ ਉਹਦਾ ਜਵਾਬ ਇਹ ਹੋਗਾ ਵੀ ਕਲਯੁਗ ਹੀ ਆਇਆ ਪਿਆ, ਦੇਖੋ ਤੁਸੀਂ, ਕੋਈ ਹਾਲ ਥੋੜ੍ਹਾ ਆ ਦੇਖੋ ਕੀ ਬਣਿਆ ਪਿਆ। ਬੰਦਾ ਇਸ ਸਾਰੇ ਨੂੰ ਇਸ ਤਰੀਕੇ ਜਨਰਲਾਈਜ਼ ਕਰ ਜਾਏਗਾ, ਤੇ ਇਹ ਜਨਰਲਾਈਜ਼ ਕਰਕੇ ਆਪਣੇ ਆਪ ਨੂੰ ਡਿਸਟਿੰਗੁਇਸ਼ ਕਰ ਲੈਣਾ, ਵੱਖਰਾ ਕਰ ਲੈਣਾ। ਹਾਂ, ਐਕਚੁਅਲੀ ਇਹ ਚੀਜ਼ ਆ, ਨਹੀਂ ਇਹ ਨਹੀਂ ਹੈ, ਮੇਰਾ ਵੀ ਰੋਲ ਆ ਉਹਦੇ 'ਚ। ਅਜੇ ਵੀ ਅਸੀਂ ਇਹਨਾਂ ਮੁਲਕਾਂ 'ਚ ਆ ਕੇ ਜੇ ਨਹੀਂ ਸਮਝ ਪਾ ਰਹੇ, ਕਦੋਂ ਸਮਝਾਂਗੇ? ਡੈਮੋਕ੍ਰੇਸੀ ਹੈ, ਡੈਮੋਕ੍ਰੇਸੀ ਦੇ ਵਿੱਚ ਵੈਸਟਰਨ ਕੈਨੇਡਾ ਦੇ ਵਿੱਚ ਖਾਸ ਕਰਕੇ ਪ੍ਰੇਰੀਜ਼ ਦੇ ਵਿੱਚ, ਪਿੱਛੇ ਕਰਕੇ ਸਾਡੇ ਕੋਲ ਡਾਟਾ ਆਇਆ ਸੀਗਾ, ਐਵਰੇਜ ਸਿਟੀਜ਼ਨ ਈਅਰਲੀ ਐਟ ਲੀਸਟ more than $200 ਪੋਲੀਟੀਕਲ ਇੰਸਟੀਟਿਊਸ਼ਨਸ ਵਿੱਚ ਖਰਚ ਕਰਦਾ ਆ। ਅਸੀਂ ਦੇਖੀਏ, ਹਰ ਇੱਕ ਦੀ ਗੱਲ ਕਰ ਰਹੇ ਹਾਂ, ਤੇ ਕੱਲਾ ਫਿਰ ਇਹ ਨਹੀਂ, ਫਿਰ ਪਾਰਟਿਸਿਪੇਸ਼ਨ ਆ, ਫਿਰ ਅਵੇਅਰਨੈਸ ਹੈ, ਫਿਰ ਸਾਰੇ ਕੁਛ ਆ। ਨਹੀਂ ਕਰਾਂਗੇ, ਤੁਹਾਡੇ ਸਾਹਮਣੇ ਰੱਬ ਜੀ ਨੇ ਤੇ ਉਹ ਇਸ ਤੋਂ ਉਹ ਤੇ ਵਰਤ ਰਿਹਾ, ਸਾਡੇ ਵਿੱਚ ਹੀ ਵਰਤਣਾ ਉਹਨੇ, ਸਾਰਿਆਂ ਦੇ ਵਿੱਚ। ਅਵੇਅਰ ਹੋਣਾ ਆਪਣੇ ਰਾਈਟਸ ਬਾਰੇ, ਡਿਊਟੀਜ਼ ਬਾਰੇ, ਸਭ ਸਿੱਖੀ ਇਹੀ ਤੇ ਸਿਖਾ ਰਹੀ ਹੈ। ਕਰਮਸ਼ੀਲ ਹੋ ਜਾਣਾ। ਬੰਦਾ ਵਿਵੇਕਹੀਨ ਹੋ ਗਿਆ, ਉਹਨੂੰ ਲੱਗਦਾ ਘਰ ਦੀ ਚਾਰ ਦੀਵਾਰੀ ਤੇ ਮੇਰੇ ਜਿਹੜੇ 2 ਜਾਂ ਬੱਚੇ ਨੇ, ਬਸ ਇੱਕ ਨੂੰ ਡਾਕਟਰ ਬਣਾ ਦਿਆਂ, ਇੱਕ ਲਾਇਰ ਬਣਾ ਦਿਆਂ, ਤੇ ਮੈਂ ਆਪ ਕੋਈ 2-4 ਪ੍ਰਾਪਰਟੀਜ਼ ਹੋਰ ਲੈ ਕੇ ਰਿਟਾਇਰਮੈਂਟ ਇਨਕਮ ਸੈੱਟ ਕਰ ਲਾਂ, ਐਵਰੀਥਿੰਗ ਇਜ਼ ਫਾਈਨ। ਰਾਤ ਨੂੰ ਸਵਾਲ ਪੁੱਛਦਾ, ਉਹ ਕਹਿੰਦਾ ਵੀ ਜਿਹੜਾ ਵਾਈਟ ਸੁਪਰਮੇਸੀ ਆ ਰਹੀ ਹੈ, ਉਹਨਾਂ ਨੂੰ ਤੂੰ ਕੁਝ ਮੈਸੇਜ ਦੇਣਾ ਚਾਹੇਗਾ? ਤੁਸੀਂ ਸੁਣਿਆ ਹੋਇਆ,
ਉਹ ਕਹਿੰਦਾ ਵੀ ਮੈਂ ਹਾਂ, ਮੈਂ ਉਹਨਾਂ ਨੂੰ ਕਹਾਂਗਾ ਕਿ ਸਟੇ ਬੈਕ, ਬਟ ਜਿਹੜਾ ਹੈਗਾ ਆ ਪਿੱਛੇ ਤੇ ਹਟ ਜਾਓ ਤੁਸੀਂ ਜ਼ਰੂਰ, ਪਰ ਨਾਲ ਦੀ ਨਾਲ ਸਟੈਂਡ ਬਾਏ। ਸਟੈਂਡ ਬਾਏ ਦਾ ਮਤਲਬ ਸਮਝਦੇ ਤੁਸੀਂ? ਸਟੇ ਬੈਕ ਬਟ ਸਟੈਂਡ ਬਾਏ। ਹੁਣ ਇਹ ਮੈਂ ਜਸਟ ਇੱਕ ਐਗਜ਼ਾਮਪਲ ਕਰਨ ਲੱਗਾ ਆ। ਰੌਲਾ ਪੈ ਰਿਹਾ ਹੋਏ, ਢੋਲ ਵੱਜ ਰਹੇ ਹੋਣ, drums are actually beating all the time, and someone is saying, oh ਨਹੀਂ ਨਹੀਂ ਇਹ ਤੇਰੇ ਕੰਨ ਵੱਜਦੇ ਆ, ਆਵਾਜ਼ ਨਹੀਂ ਹੈ, ਐਵੇਂ ਕੁਛ ਨਹੀਂ ਹੁੰਦਾ। No, be aware। ਸਿੱਖੀ ਦੇ ਪਰਸਪੈਕਟਿਵ ਨੇ ਸਾਰਿਆਂ ਨੂੰ ਇਸ ਲੈਵਲ ਤੇ ਬਾਬਾ ਜੀ ਨੇ ਆਂਦਾ ਹੈ। ਇਹ ਹੈ ਮੋਕਸ਼, ਇੱਥੋਂ ਮਿਲਣਾ ਆ। ਸ਼ਿਕਾਇਤਾਂ ਕੀਤੀਆਂ, ਸਭ ਕੁਛ ਕੀਤੀਆਂ, ਇਸ ਤਰ੍ਹਾਂ ਕੁਛ ਨਹੀਂ ਹੋਣਾ। ਗੁਰੂ ਬਾਬਾ ਜਿਹੜੀ ਬਾਤ ਕੀਤੀ ਹੈ, ਮਹਾਰਾਜ ਜ਼ਿਕਰ ਕਰਦੇ ਨੇ ਕਿ ਗੁਰ ਪ੍ਰਸਾਦੀ ਮਿਲੈ ਸੋਈ ਜਨ ਲੇਖੈ। ਜੇ ਤੇ ਕਰਤਾ ਤਰਸ ਕਰਦਾ ਹੈ, ਉਹਦਾ ਵਿਵੇਕ ਜਾਗ ਜਾਂਦਾ, ਪ੍ਰਸਾਦ ਮਿਲਦਾ ਆ, ਤੇ ਉਹਦੇ ਅੰਦਰ ਫਿਰ ਜਨ ਲੇਖੈ, ਉਹ ਲੇਖੇ ਚ ਆ ਜਾਂਦਾ, ਉਹਦਾ ਧਰਤੀ ਤੇ ਹੋਣਾ ਮਾਇਨੇ ਰੱਖਦਾ ਆ, ਵੈਲਿਊਬਲ ਹੋ ਜਾਂਦਾ ਆ। ਨਾਨਕ ਨਾਮ ਮਿਲੈ ਵਡਿਆਈ, ਪੂਰੇ ਗੁਰ ਤੇ ਪਾਵਣੇ ਆ। ਬਾਕੀ ਇਹ ਨਾਨਕ ਨਾਮ ਤੇ ਵਡਿਆਈ ਦਾ ਨਾਂ ਆ, ਤੇ ਪੂਰੇ ਗੁਰੂ ਤੋਂ ਹੀ ਪ੍ਰਾਪਤ ਹੁੰਦੀ ਏ। ਆਪਣੇ ਆਪ ਨੂੰ ਗੁਰੂ ਨਾਲ, ਆਪਣੇ ਇੱਕ ਸਾਨੂੰ ਤੇ ਗੁਰੂ ਪੰਥ ਦੀ ਤਾਬੇਦਾਰੀ, ਗੁਰੂ ਗ੍ਰੰਥ ਦੀ ਤਾਬੇਦਾਰੀ ਰੱਖਿਆ ਸੀਗਾ। ਇਹ ਸਾਰੀ ਬਾਤ ਗੁਰੂ ਬਾਬਾ ਜੀ ਸ਼ਬਦਾਂ 'ਚ ਲਗਾਤਾਰ ਬਿਆਨ ਕਰਦੇ ਨੇ। ਅੱਜ ਵਾਸਤੇ ਇੱਥੇ ਸਮਾਂ ਸਮਾਪਤ ਹੈ। ਭੁੱਲਾਂ ਗਲਤੀਆਂ ਨਾ ਚਿਤਾਰਿਓ ਜੇ। ਸਭ ਪ੍ਰੇਮ ਕਹਿ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।